ਵੈਸੇ ਤਾਂ ਇਹ ਗੱਲ ਤੁਰਨੀ ਚਾਹੀਦੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਜਾਂ ਤੁਰਨੀ ਚਾਹੀਦੀ ਸੀ ਸ਼੍ਰੋਮਣੀ ਕਮੇਟੀ ਤੋਂ, ਜਾਂ ਫਿਰ ਸਰਕਾਰ ਇਹਦਾ ਨੋਟਿਸ ਲੈਂਦੀ ਤੇ ਸਰਕਾਰ ਇਹ ਤੇ ਗੱਲ ਤੋਰਦੀ। ਮਾਮਲਾ ਹੈ ਚੰਡੀਗੜ੍ਹ ਸਥਿਤ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਕੌਮ ਦੀ ਸੰਸਥਾ, ਸੈਂਕੜੇ ਕਰੋੜ ਦੀ ਪ੍ਰਾਪਰਟੀ ਨਿੱਜੀ ਹੱਥਾਂ 'ਚ ਕਿਉਂ? ਸਵਾਲ ਇਸ ਗੱਲ ਦਾ। ਟਰਸਟਾਂ ਦੇ ਨਾਂ ਤੇ ਤੁਸੀਂ ਵਿਅਕਤੀਗਤ ਹੱਥਾਂ ਦੇ ਵਿੱਚ ਵੱਡੀਆਂ ਸੰਸਥਾਵਾਂ ਔਰ ਉਹ ਕਾਰਜਸ਼ੀਲ ਰਹਿਣ ਹੀ ਨਾ, ਇਹ ਕਾਫੀ ਵੱਡਾ ਸਵਾਲ ਹੈ ਜਿਹਨੂੰ ਕੋਈ ਐਡਰੈਸ ਨਹੀਂ ਕਰਦਾ। ਸਰਦਾਰ ਬਲਕਾਰ ਸਿੰਘ, ਪ੍ਰੋਫੈਸਰ ਬਲਕਾਰ ਸਿੰਘ ਜਿਹੜੇ ਸਾਡੇ ਨਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਇਹਨਾਂ ਵੱਲੋਂ ਪੱਤਰ ਵੱਖ-ਵੱਖ ਮੌਕਿਆਂ ਤੇ ਮੁੱਖ ਮੰਤਰੀਆਂ ਨੂੰ ਲਿਖੇ ਗਏ, ਤਤਕਾਲੀ ਮੁੱਖ ਮੰਤਰੀਆਂ ਨੂੰ ਲਿਖਿਆ ਗਿਆ ਕਿ ਕੌਮ ਦੀ ਸੰਸਥਾ ਜਿਹੜੀ ਕੌਮੀ ਹਿੱਤਾਂ ਲਈ ਬਣਾਈ ਗਈ, ਆਖਰ ਉਹ ਨਿੱਜੀ ਹੱਥਾਂ 'ਚ ਕਿਉਂ ਹੈ ਔਰ ਉਹ ਨਿਰਜਿੰਦ ਕਿਉਂ ਹੈ, ਕਾਰਜਸ਼ੀਲ ਕਿਉਂ ਨਹੀਂ, ਉਹ ਕੌਮੀ ਕਾਜਾਂ ਲਈ ਕਿਉਂ ਨਹੀਂ ਵਰਤੀ ਜਾਂਦੀ। ਮਾਮਲਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦਾ ਹੈ। ਸਰਦਾਰ ਤਰਲੋਚਨ ਸਿੰਘ ਐਸੇ ਮੁੱਦਿਆਂ ਨੂੰ ਉਠਾਉਣ ਲਈ ਜਾਣੇ ਜਾਂਦੇ ਨੇ, ਸਿੱਖ ਇਸ਼ੂਜ਼ ਨੂੰ ਵੱਖ-ਵੱਖ ਮੌਕਿਆਂ ਤੇ ਉਠਾਉਂਦੇ। ਹੁਣੇ-ਹੁਣੇ ਜਦੋਂ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦਾ ਮਾਮਲਾ ਆਉਂਦਾ ਹੈ ਕਿ ਉੱਥੇ ਇੱਕ ਗੈਰ ਸਿੱਖ ਨੂੰ ਪ੍ਰਬੰਧਕ ਲਾਤਾ ਜਾਂਦਾ ਤਾਂ ਚਿੱਠੀ ਲਿਖਦੇ ਆ, ਉੱਥੋਂ ਦੇ ਮੁੱਖ ਮੰਤਰੀ ਨਾਲ ਗੱਲ ਕਰਦੇ ਆ, ਉਹ ਮਾਮਲਾ ਸੁਲਝ ਜਾਂਦਾ, ਭਾਵੇਂ ਕਿ ਡੈਲੀਗੇਸ਼ਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਗਿਆ, ਲੇਕਿਨ ਮੁੱਢਲੇ ਯਤਨ ਸਰਦਾਰ ਤਰਲੋਚਨ ਸਿੰਘ ਨੇ ਕੀਤੇ, ਜਿਹੜੇ ਕਿ ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ, ਸਾਬਕਾ ਮੈਂਬਰ ਨੇ ਰਾਜ ਸਭਾ ਦੇ। ਮੈਂ ਸਭ ਤੋਂ ਪਹਿਲਾਂ ਸਰਦਾਰ ਤਰਲੋਚਨ ਸਿੰਘ ਜੀ, ਮੈਨੂੰ ਇਹ ਗੱਲ ਸਮਝਾਓ, ਅਸੀਂ ਪ੍ਰੋਫੈਸਰ ਸਾਹਿਬ ਦੀਆਂ ਚਿੱਠੀਆਂ ਕੋਡ ਲਈ ਬੈਠੇ ਆ, ਇਹ ਸਾਡੇ ਨਾਲ ਵੀ ਆ ਕਿ ਸਾਨੂੰ ਸਮਝਾਉਣਗੇ ਕਿ ਦਰਅਸਲ ਮਾਜਰਾ ਕੀ ਹੈ। ਪਰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਦੇ ਵਿੱਚ ਹੈ, ਵੱਡੀ ਸਾਰੀ ਇੱਕ ਜ਼ਮੀਨ ਹੈ, ਜ਼ਮੀਨ ਦਾ ਟੁਕੜਾ ਹੈ, ਇੱਕ ਬਿਲਡਿੰਗ ਹੈ, ਵਿਰਾਸਤ ਹੈ, ਸੰਸਥਾ ਹੈ, ਤੇ ਉਹਦਾ ਜੇ ਦੇਖਿਆ ਜਾਵੇ ਅੱਜ ਤੱਕ ਦਾ ਇਤਿਹਾਸ, ਮੈਂ ਜਰਾ ਇਹਦੇ ਨਾਲ ਇਹਦੀ ਸਾਂਝ ਪਵਾ ਦਿਓ। ਦਰਅਸਲ ਅੱਜ ਤੱਕ ਦਾ ਇਹ ਪੈਂਡਾ ਕਿਵੇਂ ਤੈਅ ਹੋਇਆ, ਕਿਵੇਂ ਇਹ ਕੌਮੀ ਸੰਸਥਾ ਤੋਂ ਵਿਅਕਤੀਗਤ ਹੱਥਾਂ 'ਚ ਚਲੇਗੀ, ਸੈਂਕੜੇ ਕਰੋੜ ਦੀ ਪ੍ਰਾਪਰਟੀ ਕਿਵੇਂ ਵਿਅਕਤੀਗਤ ਜੇ ਹੋਣ ਵੱਲ ਵਧੀ ਹੋਈ ਹੈ। ਰੰਧਾਵਾ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਅੱਛੇ ਸਬਜੈਕਟ ਨੂੰ ਅੱਜ ਤੁਸੀਂ ਟੱਚ ਕਰ ਰਹੇ ਹੋ, ਔਰ ਤਾਂ ਬਲਕਾਰ ਸਿੰਘ ਦੀ ਮਿਹਰਬਾਨੀ ਕਿ ਉਹਨਾਂ ਨੇ ਤੁਹਾਨੂੰ ਅੱਜ ਉਤਸ਼ਾਹ ਦਿੱਤਾ ਹੈ ਕਿ ਕੀਤਾ ਜਾਵੇ। ਬਹੁਤ ਬਹੁਤ ਸਾਰਿਆਂ ਦਾ, ਸੁਣਨ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਜੀ, ਇਹ ਗੱਲ ਹੈ 1965 ਦੀ। ਉਦੋਂ ਪੰਜਾਬ ਹਰਿਆਣਾ ਇਕੱਠੇ ਸੀ, ਡਿਵੀਜ਼ਨ ਨਹੀਂ ਸੀ ਹੋਈ, ਤੇ ਸਰਦਾਰ ਉੱਜਲ ਸਿੰਘ, ਸਰਦਾਰ ਬਹਾਦਰ ਉੱਜਲ ਸਿੰਘ ਪੰਜਾਬ ਦੇ ਗਵਰਨਰ ਲਗਾਏ ਗਏ। ਉੱਜਲ ਸਿੰਘ ਜੀ ਦੀ ਬਹੁਤ ਵੱਡੀ ਸੇਵਾ ਇਤਿਹਾਸ ਵਿੱਚ। ਇਹ ਸਰਦਾਰ ਖੁਸ਼ਵੰਤ ਸਿੰਘ ਦੇ ਅੰਕਲ ਸੀ, ਚਾਚਾ ਜੀ, ਸਰ ਸੋਭਾ ਸਿੰਘ ਦੇ ਭਰਾ, ਜਿਨ੍ਹਾਂ ਦੀਆਂ ਬੜੀਆਂ ਸੇਵਾ ਕੌਮ ਲਈ, ਤੇ ਉਹ ਇੱਕ ਬੜੀ ਵੱਡੀ ਸੇਵਾ ਕਰ ਗਏ। ਕਿ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 300 ਸਾਲਾ ਜਨਮ ਸ਼ਤਾਬਦੀ 66 ਵਿੱਚ ਹੋਣੀ ਸੀ, ਤੇ ਉਹਨਾਂ ਨੇ ਇੱਕ ਮੀਟਿੰਗ ਬੁਲਾਈ, ਸਾਰੀਆਂ ਸੰਸਥਾਵਾਂ ਪੰਜਾਬ ਦੀਆਂ, ਪੰਜਾਬ ਸਰਕਾਰ, ਕਿ ਆਓ ਅਸੀਂ ਬੈਠ ਕੇ ਸੋਚੀਏ ਕਿ ਸ਼ਤਾਬਦੀ ਕਿਵੇਂ ਮਨਾਈ ਜਾਵੇ। ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ਇਹ ਮੀਟਿੰਗ ਹੋਈ, ਤੇ ਸਰ ਬਹਾਦਰ ਉੱਜਲ ਸਿੰਘ ਨੇ ਆਪ ਪ੍ਰੀਜ਼ਾਈਡ ਕੀਤੀ। ਮੈਂ ਉਦੋਂ DPRO ਅੰਬਾਲਾ ਸੀ, ਮੈਂ ਵੀ ਉਸ ਮੀਟਿੰਗ ਸ਼ਾਮਲ ਸਾਂ। ਮਹਾਰਾਜਾ ਪਟਿਆਲਾ ਉਸ ਮੀਟਿੰਗ 'ਚ ਆਏ, ਹੋਰ ਸਾਰੇ ਮਿਨਿਸਟਰ ਆਏ, ਬੜੇ ਬੜੇ ਅਫਸਰ ਆਏ, ਬਹੁਤ ਭਰਵਾਂ ਇਕੱਠ ਸੀ। ਸਰ ਬਹਾਦਰ ਉੱਜਲ ਸਿੰਘ ਨੇ ਕਿਹਾ ਕਿ ਮੈਂ ਇਹ ਚਾਹੁੰਦਾ ਕਿ ਇੱਕ ਸ਼ਤਾਬਦੀ ਇਹ ਅੱਜ 1969 'ਚ ਆਏਗੀ ਗੁਰੂ ਨਾਨਕ ਦੇਵ ਜੀ ਦੀ, ਤੇ ਅਸੀਂ ਸਾਰੇ ਅੱਜ ਟਾਈਮ ਤੋਂ ਥੋੜਾ ਹੈ ਕੋਈ ਉਪਾਅ ਸੋਚੀਏ ਵੀ ਇਹ ਕਿਵੇਂ ਮਨਾਈਆਂ ਜਾਣ। ਤੇ ਉਹ ਜਿਹੜੀ ਮੀਟਿੰਗ ਹੋਈ, ਉਸ 'ਚ ਫੈਸਲਾ ਹੋਇਆ ਕਿ ਇੱਕ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਬਣਾਈ ਜਾਵੇ, ਇੱਕ ਗੁਰੂ ਨਾਨਕ ਫਾਊਂਡੇਸ਼ਨ, ਦੋ ਫਾਊਂਡੇਸ਼ਨਾਂ ਬਣਾਉਣ ਦਾ ਉੱਥੇ ਫੈਸਲਾ ਹੋਇਆ। ਤੇ ਉਸ ਵਿੱਚ ਅਖਤਿਆਰ ਦਿੱਤਾ ਗਿਆ ਸਰ ਬਹਾਦਰ ਉੱਜਲ ਸਿੰਘ ਨੂੰ ਕਿ ਨਾਮੀਨੇਟ ਕਰ ਦੇਣ, ਇਲੈਕਸ਼ਨ ਨਹੀਂ ਹੋਏਗੀ। ਤੇ ਉਹਨਾਂ ਨੇ ਫਿਰ ਨਾਮੀਨੇਟ ਕਰਤਾ ਮਹਾਰਾਜਾ ਜਤਿੰਦਰ ਸਿੰਘ ਪਟਿਆਲਾ ਨੂੰ ਦੋਨਾਂ ਸੰਸਥਾ ਦਾ ਚੇਅਰਮੈਨ, ਔਰ ਗਿਆਨੀ ਜ਼ਹਿਰ ਸਿੰਘ ਨੂੰ ਦੋਨਾਂ ਦਾ ਜਨਰਲ ਸੈਕਟਰੀ। ਇਹ ਉੱਥੇ ਐਲਾਨ ਹੋ ਗਿਆ। ਕਾਮਰੇਡ ਰਾਮ ਕ੍ਰਿਸ਼ਨ ਚੀਫ ਮਿਨਿਸਟਰ ਸੀ ਉਸ ਵਕਤ ਪੰਜਾਬ ਦਾ, ਉਹ ਖੜੇ ਹੋਏ। ਉਹਨਾਂ ਨੇ ਕਿਹਾ ਜੀ ਬਹੁਤ ਵੱਡੀ ਸੇਵਾ ਸਰ ਉੱਜਲ ਸਿੰਘ ਜੀ ਨੇ ਸਾਨੂੰ ਦਿੱਤੀ ਹੈ, ਤੇ ਮੈਂ 25-25 ਲੱਖ ਰੁਪਇਆ ਇਹਨਾਂ ਦੋਨੋਂ ਸੰਸਥਾ ਦੇ ਨਾਮ ਪੰਜਾਬ ਸਰਕਾਰ ਵੱਲੋਂ ਡੋਨੇਟ ਕਰਦਾ। ਜਕਾਰੇ ਬੋਲ ਗਏ, ਬੜੀ ਵੱਡੀ ਰਕਮ ਹੈ। ਉਸ ਵਕਤ 25 ਲੱਖ ਦਾ ਕਿੰਨਾ ਮੁੱਲ ਹੈ ਤੁਸੀਂ ਹੁਣ ਮਾਪਾ ਲਓ। ਇਹ ਕਾਮਰੇਡ ਰਾਮ ਕ੍ਰਿਸ਼ਨ ਜੀ ਨੇ ਦੋਨਾਂ ਸੰਸਥਾ ਦੇ ਨਾਮ 25 ਲੱਖ ਸਰਕਾਰ ਵੱਲੋਂ ਗ੍ਰਾਂਟ ਦੇ ਦਿੱਤੀ, ਤੇ ਇਹ ਸੰਸਥਾ ਬਣ ਗਈਆਂ। ਬਣਨ ਤੋਂ ਬਾਅਦ ਇਹ ਸਰ ਉੱਜਲ ਸਿੰਘ ਜੀ ਤੇ ਜਦੋਂ ਪੰਜਾਬ ਦੇ ਵੱਖਰਾ ਹੋਣ ਤੋਂ ਪਹਿਲਾਂ ਬਦਲੀ ਹੋ ਗਈ, ਉਸ ਤੋਂ ਬਾਅਦ ਉਹ ਮਦਰਾਸ ਚਲੇ ਗਏ ਗਵਰਨਰ ਬਣ ਕੇ। ਲੇਕਿਨ ਇਹ ਜੋ ਸੰਸਥਾ ਬਣ ਗਈ, ਇਸ ਸੰਸਥਾ ਨੇ ਕੰਮ ਆਰੰਭ ਕਰਤਾ। ਕੰਮ ਆਰੰਭ ਕਰਨ ਤੋਂ ਬਾਅਦ ਇਹਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੌੜਾ ਸਾਹਿਬ ਮੈਂਬਰ ਬਣ ਗਏ। ਪੰਜਾਬ ਗੌਰਮੈਂਟ ਵੱਲੋਂ ਮਿਨਿਸਟਰ ਜਿਹੜਾ ਐਜੂਕੇਸ਼ਨ ਉਹਦਾ ਬਣ ਗਿਆ। ਸੋ ਇਹ ਸੰਸਥਾ ਚੱਲਦੀ ਰਹੀ। ਉਸ ਵਕਤ ਕਿਉਂਕਿ ਮਹਾਰਾਜਾ ਸਾਹਿਬ ਤੇ ਗਿਆਨੀ ਜੀ ਦੋਨੋਂ ਦਾ ਬੜਾ ਰਸੂਖ ਸੀ,
ਉਹਨਾਂ ਨੇ ਮੱਧਿਆ ਮਾਰਗ ਤੇ ਇਹ ਪਲਾਟ ਲੈ ਲਿਆ। ਬਹੁਤ ਵੱਡਾ ਪਲਾਟ ਹੈ ਕਿ ਇੱਥੇ ਦਫ਼ਤਰ ਬਣਾਇਆ ਜਾ। ਸੋ ਬੜੀ ਵੱਡੀ ਸੇਵਾ ਕਿ ਉਹ ਪੈਸੇ ਨਾਲ ਉੱਥੇ ਇਹ ਬਿਲਡਿੰਗ ਜਿਹੜੀ ਅੱਜ ਇੰਨੀ ਆਲੀਸ਼ਾਨ ਬਿਲਡਿੰਗ ਮੇਨ ਮੱਧਿਆ ਮਾਰਗ ਤੇ ਅਨਵੇ ਤੋਂ ਜਦੋਂ ਜਾਂਦੇ ਹਾਂ PGI ਨੂੰ ਸੜਕ ਦੇ ਖੱਬੇ ਹੱਥ ਤੇ ਇਹ ਸੰਸਥਾ ਬਣ ਕੇ ਚੱਲ ਪਈ। ਔਰ 66 ਦਾ ਬੜਾ ਸਮਾਗਮ ਹੋਏ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ 65 ਵਿੱਚ ਹੀ 76 ਆਏ ਸੀ। ਉਦੋਂ 76 ਗੁਰੂ ਮਹਾਰਾਜ ਦੇ ਲੰਡਨ ਤੋਂ ਆਏ, ਉਹਨਾਂ ਦਾ ਸਵਾਗਤ ਵੀ ਹੋਇਆ। 76 ਅਨੰਦਪੁਰ ਸਾਹਿਬ ਪੁੱਜੇ ਤੇ ਉਸ ਤੋਂ ਬਾਅਦ ਇਹ ਸੰਸਥਾ ਚੱਲਦੀ ਰਹੀ ਦੋਨਾਂ ਫਾਊਂਡੇਸ਼ਨਾਂ ਦਾ। ਔਰ ਮਹਾਰਾਜਾ ਸਾਹਿਬ ਨੇ ਕੁਝ ਚਿਰ ਰਹਿਣ ਤੋਂ ਬਾਅਦ ਟੌੜਾ ਸਾਹਿਬ ਨੂੰ ਕਿਹਾ ਜੀ ਤੁਸੀਂ ਪ੍ਰਧਾਨ ਬਣ ਜਾਓ। ਸਾ ਗੁਰਚਰਨ ਸਿੰਘ ਟੌੜਾ SGPC ਵਾਲੇ ਇਸ ਦੇ ਪ੍ਰਧਾਨ ਬਣ ਗਏ ਫਾਊਂਡੇਸ਼ਨ ਦੇ। ਤੇ ਉਹਨਾਂ ਨੇ ਸਰ ਜਸਵੀਰ ਸਿੰਘ ਆਹਲੂਵਾਲੀਆ ਬੜੇ ਵਿਦਵਾਨ ਸੀ ਕੌਮ ਦੇ, ਉਹਨਾਂ ਨੂੰ ਨਾਲ ਲਗਾ ਲਿਆ ਕਿ ਤੁਸੀਂ ਮੇਰੀ ਮਦਦ ਕਰੋ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੀ ਮੈਂ ਸੇਵਾ ਲੈਣਾ। ਉਹਨਾਂ ਦਾ ਬੜਾ ਨਾਂ ਸੀ, ਬਾਅਦ ਚੋਂ ਵਾਈਸ ਚਾਂਸਲਰ ਵੀ ਬਣੇ, ਪਟਿਆਲੇ ਵੀ ਬਣੇ, ਫਤਿਹਗੜ੍ਹ ਸਾਹਿਬ ਵੀ ਬਣੇ। ਤਾਂ ਉਹ ਉਹਦੇ ਨਾਲ ਲੱਗ ਗਏ। ਸੋ ਇਹ ਫਾਊਂਡੇਸ਼ਨ ਚੱਲਦੀ ਰਹੀ। ਔਰ ਜਿਹੜੀ ਟੌੜਾ ਸਾਹਿਬ ਨੇ ਜਦੋਂ ਇਹ ਥੋੜਾ ਚਿਰ ਹੋਇਆ ਤਾਂ ਉਹਨਾਂ ਨੇ ਜਿਹੜੀ ਗੁਰੂ ਨਾਨਕ ਫਾਊਂਡੇਸ਼ਨ ਹੈ ਉਹਦਾ ਪ੍ਰਧਾਨਗੀ ਦੇਤੀ ਸਾਰੇ ਇੰਦਰਜੀਤ ਸਿੰਘ ਬੈਂਕ ਵਾਲਿਆਂ ਨੂੰ। ਸਾਰੇ ਇੰਦਰ ਸਿੰਘ ਬੈਂਕ ਵਾਲੇ ਗੁਰੂ ਨਾਨਕ ਫਾਊਂਡੇਸ਼ਨ ਦੇ ਬਣ ਗਏ, ਟੌੜਾ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਬਣ ਗਏ। ਗੁਰੂ ਨਾਨਕ ਫਾਊਂਡੇਸ਼ਨ ਦੀ ਬਿਲਡਿੰਗ ਇੰਦਰਜੀਤ ਨੇ ਦਿੱਲੀ 'ਚ ਬਣਾਤੀ। ਉਹ ਬਹੁਤ ਵੱਡੀ ਹੁਣ ਵੀ ਕੁਤਬ ਇਨਕਲੇਵ ਵਿੱਚ ਕਾਇਮ ਹੈ, ਬੜੀ ਵੱਡੀ। ਸੋ ਜਸਬੀਰ ਸਿੰਘ ਆਹਲੂਵਾਲੀਆ ਜੀ ਨੇ ਜਦੋਂ ਉਹਦੇ ਵਿੱਚ ਸ਼ਾਮਲ ਹੋਏ ਤਾਂ ਆਸਤਾ ਆਸਤਾ ਜਾਂ ਤਾਂ ਟੌੜਾ ਸਾਹਿਬ ਦੀ ਸਲਾਹ ਨਾਲ ਜਾਂ ਕਿਉਂਕਿ ਦੋਵਾਂ ਦੀ ਬੜੀ ਬਣਦੀ ਸੀ ਆਪਸ ਵਿੱਚ, ਤੇ ਉਹ ਉਸਦੇ ਟੌੜਾ ਸਾਹਿਬ ਤੋਂ ਆਪ ਹੀ ਪ੍ਰਧਾਨ ਬਣ ਗਏ। ਇਸ ਕਮੇਟੀ ਦੇ ਉਹ ਪ੍ਰਧਾਨ ਬਣ ਗਏ ਤੇ ਪ੍ਰਧਾਨ ਬਣ ਕੇ ਕੰਮ ਚੱਲਦਾ ਰਿਹਾ। ਲੇਕਿਨ ਹੌਲੀ ਹੌਲੀ ਉਹਨਾਂ ਨੇ ਉਹਦਾ ਨਾਮ ਬਦਲਤਾ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦਾ ਕੋਈ ਨਾਮ ਬਦਲ ਕੇ ਕੋਈ ਇਹਦੇ ਐਸਾ ਨਾਂ ਟੈਕਨੀਕਲ ਵਰਤਦਾ ਕਿ ਜਿਹਦੇ ਨਾਲ ਉਹਨਾਂ ਨੂੰ ਕੁਛ ਇਸ ਚੋਂ ਚੇਂਜ ਕਰਨ ਦਾ ਮਿਲ ਜਾਏ। ਤੇ ਉਹ ਚੇਂਜ ਕਰਦੇ ਕਰਦੇ ਉਹ ਆਸਥਾ ਉਹਨਾਂ ਦੀ ਆਪਣੀ ਬਣ ਗਈ। ਫੈਮਿਲੀ ਦੀ ਕੀ ਬਣੀ ਕਿ ਜਦੋਂ ਉਹਨਾਂ ਦੀ ਡੈਥ ਹੋਈ, ਲੜਕਾ ਵੀ ਉਹਨਾਂ ਦਾ ਗੁਜ਼ਰ ਗਿਆ, ਤਾਂ ਫਿਰ ਉਹਨਾਂ ਨੇ ਵਾਈਫ ਦੇ ਨਾਂ ਕਰਤੀ, ਸ਼ਾਇਦ ਲੜਕੀ ਦੇ ਨਾਂ ਕਰਤੀ। ਤੇ ਹੁਣ ਉਹ ਅੱਜ ਦੀ ਪੋਜੀਸ਼ਨ ਇਹ ਹੈ ਕਿ ਇਹ ਸੰਸਥਾ ਇੱਕ ਤਾਂ ਮੈਂ ਇਕੱਲੀ ਬਿਲਡਿੰਗ ਨਹੀਂ ਕਹਿੰਦਾ, ਇੱਕ ਇੰਸਟੀਟਿਊਸ਼ਨ ਹੈ। ਇਹਦੇ 'ਚ ਬੜੀ ਵੱਡੀ ਲਾਇਬ੍ਰੇਰੀ, ਬੜੇ ਵੱਡੇ ਹਾਲ ਬਣੇ ਆ, ਬੜੀਆਂ ਸੈਮੀਨਾਰਾਂ ਦੀਆਂ ਗੱਲਾਂ ਬਣੀਆਂ, ਉਹ ਸਾਰਾ ਕੁਝ ਗਿਆ। ਤੇ ਹੁਣ ਇਹ ਪ੍ਰਾਈਵੇਟ ਪ੍ਰਾਪਰਟੀ ਹੈ। ਸਾਹਿਬ ਬਲਕਾਰ ਸਿੰਘ ਬੜੀ ਦੇਰ ਤੋਂ ਇਹਦੇ 'ਚ ਲੱਗੇ ਆ। ਇਹਨਾਂ ਨੇ ਰੰਧਾਵਾ ਸਾਹਿਬ ਨੂੰ ਕਿਹਾ ਤਾਂ ਕਿ ਕੌਮ ਦੇ ਸਾਹਮਣੇ ਅਸੀਂ ਪੇਸ਼ ਕਰੀਏ ਵੀ ਇਹ ਕੀ ਹੋਇਆ, ਕਿਉਂਕਿ ਇਹ ਬਹੁਤ ਵੱਡਾ ਸਾਡੀ ਸਿੱਖ ਕੌਮ ਦਾ ਅਸੀਂ ਕਹਿੰਦੇ ਨੇ ਵੇਖ ਕੇ ਅਣਡਿੱਠ ਕਰਦੇ ਹਾਂ। ਸ਼੍ਰੋਮਣੀ ਕਮੇਟੀ ਜਦ ਅਕਾਲ ਤਖਤ ਨੂੰ ਮੈਂ ਵੀ ਮਿਲਿਆ 2 ਵਾਰੀ ਪਹਿਲਿਆਂ ਨੂੰ। ਮੈਂ ਕਿਹਾ ਜੀ ਤੁਸੀਂ ਕਿਉਂ ਨਹੀਂ ਆ ਕੇ ਬਹਿੰਦੇ, ਚੰਡੀਗੜ੍ਹ ਆ ਕੇ ਮੀਟਿੰਗ ਬੁਲਾਓ, ਸਾਰੀ ਸੰਗਤ ਨੂੰ ਖੜੀ ਕਰੋ, ਰਿਟਾਇਰਡ ਜੱਜ ਬੈਠੇ ਆ, ਕਿਹੜੀ ਸਰਕਾਰ ਹੈ। ਬਾਕੀ ਪੰਜਾਬ ਸਰਕਾਰ ਵੀ ਇੰਟਰਵੀਨ ਕਰ ਸਕਦੀ ਹੈ ਕਿਉਂਕਿ ਜੀ ਡੋਨੇਸ਼ਨ ਹੈ ਉਹ ਸਾਰੀ ਸਰਕਾਰ ਦੀ ਹੈ, ਪੰਜਾਬ ਸਰਕਾਰ ਦੇ ਉਹਨੂੰ ਐਵਰੀ ਰਾਈਟ ਕਿ ਉਹ ਵੀ ਕਹਿਣ ਬਈ ਕੁਛ ਕਰੋ। ਤਾਂ ਮੈਂ ਤੇ ਤੁਹਾਨੂੰ ਬੇਨਤੀ ਕਰਨਾ ਕਿ ਰੰਧਾਵਾ ਸਾਹਿਬ ਤੁਸੀਂ ਅੱਜ ਸਾਰੀ ਦੁਨੀਆ ਤੁਹਾਡਾ ਨਾਂ ਹੈ ਸਿੱਖ ਕੌਮ ਦੇ ਮਸਲੇ ਖੜੇ ਕਰਨ ਦੇ, ਤੇ ਅੱਜ ਤੁਸੀਂ ਇਹ ਮਸਲਾ ਆਪਣੇ ਹੱਥ ਲਿਆ ਤੇ ਇਸ ਦਾ ਕੋਈ ਹੱਲ ਨਿਕਲੇ ਤਾਂ ਕਿ ਇਹ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਇਹਦੇ ਕੋਲੋਂ ਕੌਮ ਨੂੰ, ਮੈਂ ਕਹਿੰਦਾ ਜਦਰ ਅਕਾਲ ਤਖਤ ਸਾਹਿਬ ਉੱਥੇ ਕੋਈ ਟਰਸਟ ਬਣਾ ਦੇਣ। ਇੰਨੇ ਰਿਟਾਇਰਡ ਜੱਜ ਬੈਠੇ ਆ, ਚੰਗੇ ਹੋਰ ਉੱਥੇ ਸਿੱਖ ਵਿਦਵਾਨ ਬੈਠੇ ਆ, ਤਾਂ ਕਿ ਉਹ ਟਰਸਟ ਜਾ ਕੇ ਇਹਨੂੰ ਟੇਕ ਓਵਰ ਕਰੇ ਤੇ ਇਹ ਕੌਮ ਦੀ ਸੇਵਾ ਕਰੇ। ਇਹ ਮੇਰੀ ਤੇ ਜੋ ਇਸ ਮੁਤਾਬਕ ਅੱਗੇ ਜੋ ਬਲਕਾਰ ਸਿੰਘ ਕਹਿਣਗੇ ਫਿਰ ਤੇ ਮੈਂ ਰਾਏ ਦੇਣਾ। ਤੁਸੀਂ ਬਹੁਤ ਵਿਸਥਾਰ ਦਿੱਤਾ ਇਹਦਾ। ਉਮੀਦ ਆ ਇਹ ਸਫ਼ਰ ਕਿਵੇਂ ਤੈਅ ਹੁੰਦਾ, ਕਿੱਥੋਂ ਸ਼ੁਰੂ ਹੁੰਦੀ ਹੈ ਤੇ ਅੱਜ ਕਿੱਥੇ ਖੜੇ ਆ। ਸਰਦਾਰ ਬਲਕਾਰ ਸਿੰਘ ਹੋਰੀ ਜਿਹੜੇ ਕਿ ਹੁਣੇ ਥੋੜੀ ਦੇਰ ਪਹਿਲਾਂ ਡਾਇਰੈਕਟਰ ਦੇ ਅਹੁਦੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੁੰਦੇ ਨੇ। ਇਹਨਾਂ ਦੇ ਸਿਆਸੀ ਤਾਲੁਕਾਤ ਬੜੇ ਬਿਹਤਰ ਰਹੇ ਆ, ਟੌੜਾ ਸਾਹਿਬ ਦੇ ਨਜ਼ਦੀਕੀ ਸੀਗੇ। ਇਹਨਾਂ ਤੋਂ ਸਮਝਦੇ ਵੀ ਆ ਕਿ ਇਹ ਸੰਸਥਾ ਟੌੜਾ ਸਾਹਿਬ ਦੇ ਵੇਲੇ ਕਿਵੇਂ ਵਿਕਸੀ। ਔਰ ਹੁਣ ਜੇ ਅੱਜ ਦੇ ਦਿਨ 'ਚ ਵੀ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹਨਾਂ ਦੇ ਬੜੇ ਅੱਛੇ ਤਾਲੁਕਾਤ ਸੀ ਉਹਨਾਂ ਨਾਲ, ਹੁਣ ਤੱਕ ਵੀ ਨੇ। ਉਹਨਾਂ ਨਾਲ ਵੀ ਇਹਨਾਂ ਨੇ ਇਹ ਮਾਮਲਾ ਉਠਾਇਆ ਔਰ ਇਹ ਮਾਮਲਾ ਹੁਣ ਇਹਨਾਂ ਨੇ ਸੰਧਵਾ ਸਾਹਿਬ, ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਪੰਜਾਬ ਵਿਧਾਨ ਸਭਾ ਦੇ, ਜਿਹੜੇ ਪੱਤਰ ਮੇਰੇ ਕੋਲ ਪਏ ਨੇ ਮੇਰੇ ਰਿਕਾਰਡ ਦੇ ਉੱਤੇ ਜਿਹੜੇ ਇਹਨਾਂ ਨੇ ਲਿਖਿਆ, ਸੋ ਇਹਨਾਂ ਤੋਂ ਸਮਝਣ ਦਾ ਯਤਨ ਕਰਦੇ ਆ। ਸਰਦਾਰ ਤਰਲੋਚਨ ਸਿੰਘ ਜੀ ਨੇ ਕਿਹਾ ਮੈਂ ਨਿੱਜੀ ਤੌਰ ਤੇ ਇਹ ਸਾਰੇ ਪੱਤਰ ਸਿੰਘ ਸਾਹਿਬ, ਵਿਗਿਆਨੀ ਰਘਬੀਰ ਸਿੰਘ ਚੰਗੀ ਸੋਚ ਵਾਲੇ ਵਿਅਕਤੀ ਨੇ, ਉਹਨਾਂ ਨੂੰ ਭੇਜ ਦਿੰਦੇ ਆ। ਯਤਨ ਕਰਦੇ ਆ ਕਿ ਘੱਟੋ ਘੱਟ ਸੱਚ ਪਤਾ ਲਾਓ ਕਿ ਹੁਣ ਹੋ ਕੀ ਰਿਹਾ। ਮੈਂ ਸਰਦਾਰ ਬਲਕਾਰ ਸਿੰਘ ਜੀ ਹੁਣ ਤੁਹਾਡੇ ਤੋਂ ਸਮਝਣਾ ਚਾਹੁੰਦਾ, ਜਦੋਂ ਤੁਸੀਂ ਇਹ ਮਾਮਲਾ ਟੇਕਅਪ ਕਰ ਰਹੇ ਸੀ, ਇਹ ਹੱਥ 'ਚ ਲੈ ਕੇ ਚਿੱਠੀਆਂ ਲਿਖ ਰਹੇ ਸੀ, ਉਦੋਂ ਤੁਹਾਡੀ ਮਨਸ਼ਾ ਕੀ ਸੀ ਔਰ ਤੁਹਾਡੇ ਕੋਲ ਉਦੋਂ ਤੱਕ ਕਿਹੜੀ
ਜਾਣਕਾਰੀ ਤੁਹਾਨੂੰ ਪ੍ਰਾਪਤ ਹੋਈ, ਉਹਦੇ ਕੋਈ ਟਰਸਟੀ ਹੋਣਗੇ, ਕੋਈ ਟਰਸਟ ਬਣਿਆ ਹੋਊਗਾ। ਕਿਸ ਤਰੀਕੇ ਨਾਲ ਜਸਬੀਰ ਸਿੰਘ ਆਹਲੂਵਾਲੀਆ ਜਿਹੜੇ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਸੀ, ਉਹਨਾਂ ਤੇ ਇਲਜ਼ਾਮ ਵੀ ਲੱਗੇ, ਉਹਨਾਂ ਨੂੰ ਕੋਰਟਾਂ ਦੇ ਵਿੱਚ ਜਾਣਾ ਪਿਆ, ਬਾਦਲ ਸਾਹਿਬ ਉਹਨਾਂ ਨੂੰ ਲੈ ਕੇ ਆਏ ਸੀ, ਫਿਰ ਉਹ ਵਰਲਡ ਸਿੱਖ ਯੂਨੀਵਰਸਿਟੀ ਦੇ ਵੀ ਵਾਈਸ ਚਾਂਸਲਰ ਰਹੇ। ਤੇ ਉਹ ਜਾਣ ਲੱਗਿਆ ਜਿਸ ਤਰੀਕੇ ਨਾਲ ਇਹਨੂੰ ਵਿਅਕਤੀਗਤ ਹੱਥਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਇਹਦੇ ਚ ਅੱਗੇ ਵਧਾ ਕੇ ਗਏ ਆ, ਮੈਨੂੰ ਲੱਗਦਾ ਏਡੇ ਵੱਡੇ ਵਿਦਵਾਨ ਜਿਹੜੇ ਆ ਉਹਨਾਂ ਨੂੰ ਵਾਈਡਰ ਪਰਸਪੈਕਟਿਵ ਦੇ ਵਿੱਚ ਹੋਰ ਵੱਡੇ ਕੈਨਵਸ ਤੇ ਸੋਚਣਾ ਚਾਹੀਦਾ। ਖੈਰ ਤੁਸੀਂ ਹੁਣ ਇਹਦੀ ਸਹੀ ਤਸਵੀਰ ਅੱਜ ਵਾਲੀ ਤੁਸੀਂ ਬਣਾ ਸਕਦੇ ਹੋ, ਆਪਣੀਆਂ ਮੰਗਾਂ ਤੇ ਤਸਵੀਰ ਉਹ ਜ਼ਰਾ ਅੱਗੇ ਵਧਾਓ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਮੈਂ ਸਿਰਫ ਰੰਧਾਵਾ ਸਾਹਿਬ, ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ, ਮੈਂ ਇਸ ਵੇਲੇ ਪ੍ਰੈਜ਼ੈਂਟ ਸਾਡੀ ਪੋਜੀਸ਼ਨ ਕੀ ਹੈ, ਮੈਨੂੰ ਇਹਦਾ, ਮੈਂ ਟੌੜਾ ਸਾਹਿਬ ਨੂੰ ਕਦੇ ਇਹ ਸਵਾਲ ਨਹੀਂ ਕੀਤਾ, ਉਹਨਾਂ ਦਾ ਬਾਇਓਗ੍ਰਾਫਰ ਆ ਮੈਂ, ਕਿਉਂਕਿ ਮੈਨੂੰ ਇਹਦਾ ਬਹੁਤਾ ਮੈਨੂੰ ਨਹੀਂ ਸੀ ਪਤਾ। ਮੈਂ ਕਿਹਾ ਚੱਲ ਰਹੀ ਹੈ ਆਪਣੀ, ਚੱਲ ਰਹੀ ਹੈ, ਆਹਲੂਵਾਲੀਆ ਸਾਹਿਬ ਚਲਾ ਰਹੇ ਨੇ। ਆਹਲੂਵਾਲੀਆ ਸਾਹਿਬ ਨਾਲ ਵੀ ਮੇਰੀ ਦੋਸਤੀ ਬਹੁਤ ਵਧੀਆ ਸੀ, ਮੇਰੇ ਬਹੁਤ ਵਧੀਆ ਰਿਲੇਸ਼ਨ ਸੀ, ਔਰ ਉਹਨਾਂ ਨੇ ਮਰਨ ਵਾਲੇ ਤੱਕ ਰਹੇ, ਇਸ ਕਰਕੇ ਮੈਂ ਕਿਹਾ ਸ਼ੱਕ ਵੀ ਨਹੀਂ ਪਿਆ। ਆਹਲੂਵਾਲੀਆ ਦੀ ਡੈਥ ਤੇ ਅਸੀਂ ਭੋਗ ਤੇ ਚਲੇ ਗਏ ਉਹਨਾਂ ਦੇ। ਜਦੋਂ ਭੋਗ ਤੇ ਇਕੱਠੇ ਹੋਏ ਤੇ ਉੱਥੇ ਪ੍ਰੋਫੈਸਰਾਂ ਵਿੱਚ ਗੱਲ ਚੱਲੀ ਵੀ ਹੁਣ ਸਾਡਾ ਪ੍ਰੋਫੈਸਰ ਮਨਜੀਤ ਸਿੰਘ ਟਰਸਟ ਦਾ ਮੈਂਬਰ ਸੀ ਉਹਨਾਂ ਦਾ, ਉਹ ਨਾਲ ਸੀ, ਸਾਡੇ ਕੇਰ ਸਿੰਘ ਨਾਲ ਸੀ। ਅਸੀਂ ਉੱਥੇ ਜਦੋਂ ਗਏ ਤੇ ਅਸੀਂ ਸੋਚਿਆ ਵੀ ਹੁਣ ਵੇਖੀਏ ਜੀ ਫਾਊਂਡੇਸ਼ਨ ਦਾ ਹਾਲ ਕੀ ਹੈ, ਬਿਲਕੁਲ ਓਪਨ ਉਦੋਂ। ਤੇ ਉੱਥੇ ਜਾ ਕੇ ਜਦੋਂ ਪਤਾ ਕੀਤਾ ਤੇ ਉਹਨਾਂ ਨੇ ਸਾਨੂੰ ਜਿੰਦਾ ਹੀ ਨਹੀਂ ਖੋਲਿਆ, ਉਹ ਕਹਿਣ ਲੱਗੇ ਵੀ ਉੱਥੇ ਨਹੀਂ, ਬੰਦ ਕੀਤਾ ਹੋਇਆ। ਤੇ ਅਸੀਂ ਉਦੋਂ ਬਾਅਦ ਮੈਂ ਫਿਰ ਜਦ ਗੱਲ ਹੋਈ, ਫਿਰ ਤਰਲੋਚਨ ਸਿੰਘ ਉਹਨਾਂ ਨੇ ਡਿਟੇਲ ਜਿਹੜੀ ਅੱਜ ਦੱਸੀ ਆ, ਇਹੋ ਹੀ ਮੈਨੂੰ ਦੱਸੀ। ਉਦੋਂ ਹਰਚਰਨ ਸਿੰਘ ਜਿਹੜੇ ਸੈਕਟਰੀ ਸਨ, ਚੀਫ ਸੈਕਟਰੀ ਸਨ SCBC ਦੇ ਮਰਹੂਮ, ਉਹ ਵੀ ਇੰਟਰਸਟ ਲੈਂਦੇ ਰਹੇ। ਤੇ ਅਸੀਂ ਸੋਚਿਆ ਵੀ ਇੱਕ ਕਰਦੇ ਹਾਂ ਕੁਛ, ਪਰ ਕੁਛ ਵੀ ਨਾ ਹੋਇਆ, ਗੱਲ ਨਾ ਹੋਈ, ਕਿਉਂਕਿ ਅਮਰਿੰਦਰ ਸਿੰਘ ਉਹਨਾਂ ਨਾਲ ਮੇਰੇ ਠੀਕ ਨੇ ਰਿਲੇਸ਼ਨ, ਅੱਜ ਵੀ ਠੀਕ ਨੇ। ਤੇ ਮੈਂ ਉਹਨਾਂ ਨੂੰ ਚਿੱਠੀ ਲਿਖ ਦਿੱਤੀ। ਮੈਨੂੰ ਉਹਨਾਂ ਦਾ ਜਿਹੜਾ ਭੇਦ ਆ, ਮੈਂ ਇਸ ਗੱਲ ਦਾ ਭੇਤੀ ਹਾਂ ਕਿ ਜਦੋਂ ਕਿਸੇ ਗੱਲ ਤੇ ਚੁੱਪ ਕਰ ਜਾਣ ਤੇ ਸਮਝੋ ਗੱਲ ਨਹੀਂ ਹੋਣੀ, ਨਹੀਂ ਤੇ ਉਹ ਬਹੁਤਾ ਦੇਰ ਦੂਰ ਨਹੀਂ ਲਾਉਂਦੇ। ਉਹ ਇਸ ਗੱਲ ਦੇ ਮੇਰੀ ਦੇ ਰਿਪਰੈਜ਼ੈਂਟੇਸ਼ਨ ਤੇ ਜਿਹੜੀ ਕਿ MP ਸਿੰਘ ਦੇ ਰਾਹੀਂ ਮੈਂ ਦਿੱਤੀ, ਤੇ ਉਹ ਉਹਨਾਂ ਨੇ ਉਹਨਾਂ ਤੱਕ ਪਹੁੰਚਾ ਵੀ ਦਿੱਤੀ, ਤੇ ਉਹ ਉੱਥੇ ਹੀ ਪਈ ਰਹੀ, ਉਹਦੇ ਤੇ ਕੁਛ ਨਹੀਂ ਹੋਇਆ। ਉਹਦੇ 'ਚ ਮੈਂ 4 ਸਵਾਲ ਜਿਹੜੇ ਨੇ ਅੱਜ ਸੰਗਤ ਨਾਲ, ਤੁਹਾਡੀ ਆਡੀਅנס ਨਾਲ ਸਾਂਝੇ ਕਰਨਾ ਚਾਹਨਾ। ਉਹਦੇ ਵਿੱਚ ਇੱਕ ਤੇ ਇਹ ਸੀ ਕਿ ਇਹ ਜਿਹੜਾ ਹੈਗੀ ਆ ਕੌਮੀ ਸੰਸਥਾ ਇੱਕ ਪਰਿਵਾਰ ਦੇ ਕਬਜ਼ੇ ਵਿੱਚ ਕਿਵੇਂ ਚਲੀ ਗਈ। ਦੂਜਾ ਸੀ ਕੌਮੀ ਅਸਾਸਿਆਂ ਨੂੰ ਇੱਕ ਪਰਿਵਾਰ ਦੀ ਜਾਇਦਾਦ ਕਿਵੇਂ ਸਮਝ ਲਿਆ ਗਿਆ। ਤੀਜਾ ਸੀ ਕਿ ਇਸ ਘਪਲਾਨੁਮਾ ਸਥਿਤੀ ਤੱਕ ਪਹੁੰਚਣ ਲਈ ਕਿਹੜਾ ਰਾਹ ਅਪਣਾਇਆ ਗਿਆ। ਤੇ ਚੌਥਾ ਸੀ ਆਹਲੂਵਾਲੀਆ ਸਾਹਿਬ ਨੇ ਆਪਣੀ ਥਾਂ ਆਪਣੀ ਧੀ ਨੂੰ ਕਿਵੇਂ ਨਿਯੁਕਤ ਕਰਤਾ। ਇਹਦੇ ਜਵਾਬ ਜਿਹੜੇ ਨੇ ਲੱਭਣੇ ਚਾਹੀਦੇ ਨੇ ਸਾਨੂੰ। ਜਦੋਂ ਇਹ ਨਾ ਹੋਇਆ ਤੇ ਉਹ ਗੱਲ ਜਿਹੜੀ ਮੈਂ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਹੋਣੀ ਜਥੇਦਾਰ ਸਨ ਤੇ ਮੈਂ ਸਿੰਘ ਸਾਹਿਬ ਉਹਨਾਂ ਨਾਲ ਗੱਲ ਕੀਤੀ। ਉਹਨਾਂ ਦਿਨਾਂ ਵਿੱਚ ਉਹ ਮੇਰੀ ਗੱਲ ਬੜੇ ਧਿਆਨ ਨਾਲ ਸੁਣਦੇ ਸੀ, ਇੱਜ਼ਤ ਨਾਲ ਸੁਣਦੇ ਸੀ, ਤੇ ਉਹਨਾਂ ਨੂੰ ਗੱਲ ਸਮਝ ਆ ਗਈ। ਤੇ ਉਹ ਕਹਿੰਦੇ ਵੀ ਆਪਾਂ ਕਰ ਲੈਂਦੇ ਹਾਂ, ਤੁਸੀਂ ਐਂ ਕਰੋ ਵੀ ਜਿਹੜੇ ਟਰਸਟੀ ਨੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਕਰੋ। ਮੈਂ ਉਹਨਾਂ 4 ਟਰਸਟੀਆਂ ਨੂੰ, ਕੇਰ ਸਿੰਘ ਤੇ ਮੈਂ, ਦੋਨਾਂ ਜਣਿਆਂ ਨੇ ਜਾ ਕੇ ਇਹ 6 ਬੰਦੇ ਅਸੀਂ ਚੰਡੀਗੜ੍ਹ ਬੋਟ ਕਲੱਬ ਤੇ ਜਾ ਕੇ ਮੀਟਿੰਗ ਕੀਤੀ, ਰੋਟੀ ਪਾਣੀ ਛਕਿਆ, ਤੇ ਉਹ ਸਾਰੇ ਉੱਥੇ ਗੱਲ ਹੋਈ। ਤੇ ਉਹਨਾਂ ਨੇ ਮੈਨੂੰ, ਸਾਨੂੰ ਇਸ ਗੱਲ ਦੀ ਬੜੀ ਹੈਰਾਨੀ, ਕਿਉਂਕਿ 4 ਹੀ ਇਹ ਕਹਿਣ, ਸਭ ਤੋਂ ਕਦੇ ਪੁੱਛਿਆ ਹੀ ਨਹੀਂ ਉਹਨੇ। ਤੇ ਇਹ ਗੱਲ ਜਿਹੜੀ ਆ ਅਸੀਂ ਰਿਕਾਰਡ ਕਰ ਲਈ, ਦਸਤਖਤ ਕਰ ਦਿੱਤੇ, ਤੇ ਉਹ ਗੱਲ ਅਸੀਂ ਲੈ ਕੇ ਮੈਂ ਜਥੇਦਾਰ ਕੋਲ ਚਲਾ ਗਿਆ। ਜਥੇਦਾਰ ਸਾਹਿਬ ਨੇ ਜਦੋਂ ਉਹ ਕਹਿਣ ਲੱਗੇ ਵੀ ਤੂੰ ਇਹਨੂੰ ਮੇਰੇ ਦਫ਼ਤਰ ਨੂੰ ਦੇ ਦਿਓ, ਅਸੀਂ ਦਫ਼ਤਰ ਨੂੰ ਦੇ ਦਿੱਤਾ। ਉਹਨਾਂ ਦਾ ਜਿਹੜਾ ਟਰਸਟ ਸੈਕਟਰੀ ਸੀ ਟਰਸਟ ਦਾ, ਉਹ ਸੀ ਡਾਕਟਰ ਹਰਬੰਸ ਸਿੰਘ ਖੁਰਾਣਾ, ਲੁਧਿਆਣੇ ਦੇ ਨੇ। ਉਹਨਾਂ ਦਾ ਟੈਲੀਫੋਨ ਨੰਬਰ ਦਿੱਤਾ। ਦਫ਼ਤਰ ਨੇ ਜਿਹੜੀ ਸਾਡੀ ਚਿੱਠੀ ਜਿਹੜੀ ਹੈ ਐਕਨੋਲਜ ਕਰ ਲਈ, ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਜਿਹੜੀ ਚਿੱਠੀ ਉਹਨਾਂ ਲਿਖੀ, ਮੈਂ ਜੇ ਕਹੋ ਤੇ ਛੋਟੀ ਹੈਗੀ ਹੈ, ਉਹਨਾਂ ਦੇ PA ਵੱਲੋਂ ਲਿਖੀ ਹੋਈ, ਤੇ ਉਹ ਮੈਂ ਕਰ ਦੇਣਾ, ਮੈਂ ਤੁਹਾਨੂੰ ਸੁਣਾ ਦੇਣਾ। ਉਸ ਤੋਂ ਬਾਅਦ ਤੁਹਾਡੇ ਤੋਂ ਇਹ ਵੀ ਸਮਝ ਲੂੰਗਾ ਕਿ ਉਹ ਟਰਸਟੀ ਕਿਹੜੇ ਨੇ 4 ਜਿਹੜੇ ਟਰਸਟੀ ਆਹਲੂਵਾਲੀਆ ਸਾਹਿਬ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਨੇ। ਔਰ ਦੂਜੀ ਗੱਲ, ਮੈਂ ਥੋੜਾ ਜਿਹਾ ਇਹਦੇ 'ਚ ਕਲੈਰਿਟੀ ਚਾਹੂੰਗਾ ਕਿ ਆਹਲੂਵਾਲੀਆ ਸਾਹਿਬ ਦੀ ਬੇਟੀ ਇਹਦੀ ਕਰਤਾ ਧਰਤਾ ਹੈ ਜਾਂ ਉਹਨਾਂ ਦੀ ਨੂੰਹ ਹੈ। ਇਹ ਸਵਾਲ ਵੀ ਕਾਫੀ ਵੱਡਾ ਹੈ, ਪਰ ਮੈਂ ਚਾਹੂੰਗਾ ਕਿ ਪਹਿਲਾਂ ਤੁਸੀਂ ਉਹ ਜਿਹੜੀ ਚਿੱਠੀ ਉਹ ਪੜ੍ਹ ਦਿਓ। ਮੈਨੂੰ ਇਹ ਬਿਲਕੁਲ ਨਹੀਂ ਪਤਾ, ਪਰ ਸਾਨੂੰ ਜੋ ਦੱਸਿਆ ਗਿਆ ਉਸ ਵੇਲੇ, ਜਿਹੜਾ ਭੋਗ ਵਾਲੇ ਦਿਨ ਪਤਾ ਲੱਗਿਆ, ਉਹ ਸੀ ਵੀ ਉਹਨਾਂ ਨੇ ਸਾਰਾ ਕੁਝ ਆਪਣੀ ਬੇਟੀ ਨੂੰ ਸੌਂਪ ਦਿੱਤਾ ਹੈ।
ਇਹ ਉਹਨਾਂ ਨੇ ਦੱਸਿਆ ਤੇ ਮੈਂ ਇਹ ਸਮਝਦਾ ਆਇਆ ਕਿ ਇਹ ਗੱਲ ਠੀਕ ਹੋਏਗੀ ਤੇ ਇਹ ਪਤਾ ਵੀ ਕਰ ਲੈਣਾ ਚਾਹੀਦਾ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਜਿਹੜਾ ਉਹਨਾਂ ਦਾ ਪੀਏ ਹੈ, ਉਹਨੇ ਹਰਬੰਸ ਸਿੰਘ ਖਰਾਣਾ ਨੂੰ ਇਹ ਚਿੱਠੀ ਲਿਖੀ ਕਿ ਸ਼੍ਰੀਮਾਨ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਸਿੱਖਾਂ ਦੀ ਇੱਕ ਬਹੁਤ ਹੀ ਸਤਿਕਾਰਤ ਸੰਸਥਾ ਹੈ, ਜਿਸ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵਧੀਆ ਕਾਰਗੁਜ਼ਾਰੀ ਕੀਤੀ ਹੈ, ਜਿਸ ਦੇ ਪ੍ਰਬੰਧ ਵਿੱਚ ਆਏ ਨਿਘਾਰ ਸੰਬੰਧੀ ਪੁੱਜੀ ਸ਼ਿਕਾਇਤ ਦੇ ਆਧਾਰ ਤੇ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਜੀ ਇਸ ਸੰਸਥਾ ਦੇ ਮੈਂਬਰ ਹੋ, ਹਾਲਾਂਕਿ ਉਹ ਸਕੱਤਰ ਨੇ। ਇਸ ਸੰਸਥਾ ਦਾ ਪ੍ਰਬੰਧ ਕਿਵੇਂ ਚੱਲ ਰਿਹਾ ਹੈ, ਕੌਣ ਚਲਾ ਰਿਹਾ ਹੈ ਅਤੇ ਸੰਸਥਾ ਦਾ ਪ੍ਰਬੰਧ ਚਲਾਉਣ ਵਿੱਚ ਆਪ ਜੀ ਦੀ ਕੀ ਭੂਮਿਕਾ ਹੈ, ਇਸ ਦੇ ਬਾਰੇ ਆਪ ਜੀ ਦੇ ਨੇ 15 ਦਿਨਾਂ ਦੇ ਅੰਦਰ ਅੰਦਰ ਦਫ਼ਤਰ ਸਕੱਤਰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਣਕਾਰੀ ਭੇਜਣ ਦੀ ਖੇਚਲ ਕਰਨੀ। ਇਸ ਤੋਂ ਬਾਅਦ ਕੁਝ ਨਹੀਂ ਆਇਆ। ਇੱਥੇ ਗੱਲ ਖੜੀ ਹੋ ਗਈ। ਹਰਬੰਸ ਸਿੰਘ ਖੁਰਾਣਾ ਉਹਨਾਂ ਨੂੰ ਜਵਾਬ ਦਿੱਤਾ ਕਿ ਨਹੀਂ ਦਿੱਤਾ, ਮੈਂ ਗੱਲ ਨਹੀਂ ਕੀਤੀ। ਟੈਲੀਫੋਨ ਸਾਡੇ ਕੋਲ ਹੈਗਾ, ਗੱਲ ਕੀਤੀ ਜਾ ਸਕਦੀ ਹੈ। ਮੈਂ ਸਮਝਦਾ ਹਾਂ ਕਿ ਨੈਕਸਟ ਜਿਹੜੀ ਨੇ ਉਹ ਜਿਹੜੇ ਚਾਰੇ ਬੰਦੇ ਨੇ, ਉਹਨਾਂ ਵਿੱਚੋਂ 2 ਬੰਦੇ ਬੁਲਾ ਕੇ ਪ੍ਰੋਫੈਸਰ ਮਨਜੀਤ ਸਿੰਘ, ਸ਼ਿੰਦਰਪਾਲ ਸਿੰਘ ਹੈ, ਹਰਬੰਸ ਸਿੰਘ ਖੁਰਾਣਾ ਹੈ, ਗਰੇਵਾਲ ਪ੍ਰਗਟ ਸਿੰਘ ਨੇ, ਇਹ ਬੰਦੇ ਆਪਣੇ ਆਪ 'ਚ ਬਹੁਤ ਅੱਛੇ ਬੰਦੇ ਨੇ, ਸਾਰੇ ਹੀ ਅਵੇਲੇਬਲ ਨੇ, ਚੰਗੇ ਭਲੇ ਨੇ, ਤੇ ਇਹਨਾਂ ਤੋਂ ਗੱਲ ਸਮਝੀ ਜਾ ਸਕਦੀ ਆ। ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਕੋਈ ਰਿਕਾਰਡ ਹੋ ਗਿਆ, ਹੈਗਾ ਥੋੜਾ ਬਹੁਤ ਰਿਕਾਰਡ, ਉਹ ਵੀ ਹੈਗਾ। ਹਰਬੰਸ ਸਿੰਘ ਦਾ ਇਹ ਕਾਫੀ ਏਜ ਹੋ ਗਈ ਹੈ ਡਾਕਟਰ ਹਰਬੰਸ ਸਿੰਘ ਦੀ, ਜੇ ਉਹ ਰਿਕਾਰਡ ਜਿਹੜਾ ਇੱਧਰ ਉੱਧਰ ਹੋ ਗਿਆ ਤੇ ਹੋਰ ਕਿਤੇ ਰਿਕਾਰਡ ਵੀ ਹੈ ਨਹੀਂਗਾ। ਤੇ ਹੁਣ ਮੈਂ ਇਹ ਸਮਝਦਾ ਇਹ ਹਾਂ ਕਿ ਅਸੀਂ ਜਦੋਂ ਮੈਂ ਅਮਰਿੰਦਰ ਸਿੰਘ ਸੰਧਵਾ ਸਾਹਿਬ ਨਾਲ ਮੈਂ ਗੱਲ ਕੀਤੀ, ਪੰਜਾਬੀ ਯੂਨੀਵਰਸਿਟੀ 'ਚ ਆਏ, ਅਸੀਂ ਇੱਕ ਮੀਟਿੰਗ ਵਿੱਚ ਅਸੀਂ ਸ਼ਾਮਲ ਹੋਏ, ਤੇ ਮੈਂ ਉਹਨਾਂ ਨੂੰ ਕਿਹਾ ਵੀ ਆਹ ਮਸਲਾ ਕਿਉਂ ਨਹੀਂ ਚੁੱਕਦੇ ਤੁਸੀਂ ਆਪ ਵਾਲਿਆਂ ਵਿੱਚ। ਮੈਂ ਸਗੋਂ ਬਹੁਤ ਕਿਹਾ ਵੀ ਆਪ ਵਾਲਿਆਂ ਵਿੱਚ ਤੁਸੀਂ ਇਕੱਲੇ ਕਿਰਪਾਨਦਾਰੀ ਹੋ, ਸਾਨੂੰ ਜਾਂ ਇਕੱਲੇ ਕਿਰਪਾਨਦਾਰੀ ਨਜ਼ਰ ਆਉਂਦੇ ਹੋ, ਤੇ ਆਹ ਤੇ ਗੱਲ ਸੁਣੋ। ਉਹ ਕਹਿੰਦਾ ਲਿਖ ਕੇ ਭੇਜ। ਮੈਂ ਉਹ ਅਮਰਿੰਦਰ ਸਿੰਘ ਉਹਨਾਂ ਦੀ ਚਿੱਠੀਆਂ ਸਾਰੀਆਂ ਲਿਖ ਕੇ ਉਹਨਾਂ ਨੂੰ ਭੇਜਿਆ, ਅਕਾਲ ਤਖਤ ਵਾਲੀ ਨਹੀਂ ਭੇਜੀ ਨਾਲ ਜੀ। ਤੇ ਹੁਣ ਵੀ ਮੈਂ ਮਹਿਸੂਸ ਇਹ ਕਰਦਾ ਕਿ ਇਹ ਜਿਹੜੀ ਪੰਥਕ ਸੰਸਥਾ ਹੈ, ਇਸ ਪੰਥਕ ਸੰਸਥਾ ਨੂੰ ਪੰਥਕ ਰੰਗ ਵਿੱਚ ਚੱਲਦੇ ਰਹਿਣਾ ਚਾਹੀਦਾ। ਇਹ ਨਹੀਂ ਹੈ ਕਿ 100-200 ਕਰੋੜ ਦੀ ਜਿਹੜੀ ਜਾਇਦਾਦ ਹੈ, ਮਤਲਬ ਜਿਹੜੀ ਹੈ ਉਹ ਮੇਰੇ ਵਾਸਤੇ ਉਹ ਮੁੱਖ ਨਹੀਂ ਹੈ। ਮੁੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਕੌਮ ਦੀ ਚੱਲਦੀ ਸੰਸਥਾ। ਜਦੋਂ ਅਸੀਂ ਦੁਨੀਆ ਵਿੱਚ ਉੱਥੇ ਹਜ਼ੂਰ ਸਾਹਿਬ ਨਿਯੁਕਤੀ ਹੋਈ, ਅਸੀਂ ਮਤਲਬ ਸਾਰਾ ਹਿੰਦੁਸਤਾਨ ਖੜਾ ਕਰਤਾ, ਸਾਰ ਸਿੱਖ ਖੜਾ ਹੋ ਗਿਆ। ਹੁਣ ਇਸ ਵੇਲੇ ਅਸੀਂ ਸੁੱਤੇ ਪਏ ਹਾਂ, ਸਾਨੂੰ ਇਹ ਪਤਾ ਹੀ ਨਹੀਂ। ਤੁਸੀਂ ਮੈਨੂੰ ਪੁੱਛਦੇ ਹੋ ਨੂੰਹ ਹੈ ਕਿ ਧੀ ਹੈ, ਮੈਨੂੰ ਨਹੀਂ ਪਤਾ। ਜੇ ਮਤਲਬ ਜਥੇਦਾਰ ਸਾਹਿਬ ਜੇ ਉਹ ਲਿਖ ਸਕਦੇ ਸਨ, ਉਹਨਾਂ ਕੋਲ ਸਾਧਨ ਸਨ। ਔਰ ਇਹ ਵੀ ਹੋ ਸਕਦਾ ਤਰਲੋਚਨ ਸਿੰਘ ਉਹਨਾਂ ਨੇ ਜਿਵੇਂ ਕਿਹਾ, ਮੈਨੂੰ ਠੀਕ ਲੱਗੀ ਇਹ ਗੱਲ ਕਿ ਉਹ ਚੰਡੀਗੜ੍ਹ ਆਉਣਗੇ ਮੀਟਿੰਗ ਸਰ, ਚੰਡੀਗੜ੍ਹ ਸਾਰੇ ਬੰਦੇ ਸੱਦਣ। ਅਸੀਂ ਗਵਰਨਰ ਸਾਹਿਬ ਕੋਲ ਜਾ ਸਕਦੇ ਹਾਂ, ਕਿਉਂਕਿ ਗਵਰਨਰ ਸਾਹਿਬ ਦੇ ਪੈਰਾਂ ਸ਼ੁਰੂ ਹੋਈ ਇਹ ਗੱਲ। ਗਵਰਨਰ ਸਾਹਿਬ ਅੱਜ ਕੱਲ੍ਹ ਦੇ ਗਵਰਨਰ ਸਾਹਿਬ ਤਾਕਤਵਰ ਨੇ ਉੱਥੇ। ਇਹ ਖਰੜ ਵਿੱਚ ਰਜਿਸਟਰਡ ਹੈ ਟਰੱਸਟ, ਕਿਸੇ ਨੂੰ ਨਹੀਂ ਪਤਾ ਉਹ ਟਰੱਸਟ ਵਿੱਚ ਹੈ ਕੀ ਜੀ। ਤੇ ਹੁਣ ਇਸ ਹਾਲਤ ਵਿੱਚ ਅਸੀਂ ਤੇ ਇਹੀ ਕਹਿ ਸਕਦੇ ਹਾਂ ਕਿ ਇਹ ਪੰਥ ਵਾਸਤੇ ਇੱਕ ਕਿਸਮ ਦੀ ਬਹੁਤ ਵੱਡੀ, ਮੈਂ ਕਹਿੰਦਾ ਵੀ ਮੈਂ ਲਫ਼ਜ਼ ਨਹੀਂ ਮੈਨੂੰ ਸਮਝ ਆਉਂਦੇ ਵੀ ਕੀ ਵਰਤੇ, ਵੀ ਅਸੀਂ ਬਿਲਕੁਲ ਸੁੱਤੇ ਪਏ ਨਜ਼ਰ ਆ ਰਹੇ। ਸਾਡੇ ਘਰੋਂ ਸਾਡਾ ਆਪ, ਮੇਰਾ ਭਰਾ ਹੀ ਭਾਵੇਂ ਲੈ ਜੇ, ਪਰ ਉਹ ਆਪਣੇ ਘਰ ਕਿਵੇਂ ਲੈ ਜੇ? ਗੁਰੂ ਦੀ ਗੋਲਕ ਵਿੱਚ ਅਸੀਂ ਪਾਉਣ ਜਾਣਦੇ ਹਾਂ, ਗੁਰੂ ਦੀ ਗੋਲਕ ਵਿੱਚ ਕੱਢਣ ਨਹੀਂ ਜਾਣਦੇ ਜੀ। ਉਹ ਅਸਾਸੇ ਜਿਹੜੇ ਨੇ ਉਹਨਾਂ ਨੂੰ ਉੱਥੇ ਜਦੋਂ ਇਹ ਗੱਲ ਦੀ ਤਹਿਕੀਕਤ ਹੋਏਗੀ ਨਾ, ਰੰਧਾਵਾ ਸਾਹਿਬ ਉੱਥੇ ਅਸੀਂ ਜਦੋਂ ਗਏ ਤੇ ਉੱਥੇ ਉਹਨਾਂ ਦਾ ਮਰਹੂਮ ਬੇਟਾ, ਉਹਦੀ ਬਾਹਰ ਫੋਟੋ ਲੱਗੀ ਹੋਈ ਸੀ ਜੀ। ਉਹ ਐਗਜ਼ੈਕਟਿਵ ਡਾਇਰੈਕਟਰ ਦੇ ਤੌਰ ਤੇ ਦੱਸਿਆ ਸੀ, ਜਿਹੜਾ ਕਦੇ ਆਪਰੇਟ ਕਰਦਾ ਨਹੀਂ ਦੇਖਿਆ ਸੀ, ਕਿਉਂਕਿ ਆਲੂ ਵਾਲੇ ਸਾਰਿਆਂ ਦੇ ਦੋਸਤ ਹਨ, ਅਸੀਂ ਉਹਨਾਂ ਨੂੰ ਮਿਲਦੇ ਰਹਿੰਦੇ ਸੀ। ਉਹ ਦੁਨੀਆ ਭਰ ਵਿੱਚ ਫਾਊਂਡੇਸ਼ਨ ਦੇ ਪ੍ਰਧਾਨ ਦੇ ਤੌਰ ਤੇ ਜਾਂਦੇ ਰਹਿੰਦੇ ਸਨ, ਕਿਤਾਬਾਂ ਹੁੰਦੀਆਂ ਰਹਿੰਦੀਆਂ ਸਨ, ਸੈਮੀਨਾਰ ਹੁੰਦੇ ਰਹਿੰਦੇ ਸਨ, ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਹੁਣ ਇਹ ਤੇ ਕਦੇ ਕਿਸੇ ਨੂੰ, ਮਤਲਬ ਮੈਂ ਘੱਟੋ ਘੱਟ ਐ ਸਿੱਖ ਆਲੂ ਵਾਲੀਆ ਸਾਹਿਬ ਤੇ 100 ਨੁਕਸ ਹੋਣ, ਮੈਨੂੰ ਇਹ ਨਹੀਂ ਸੀ, ਮੈਂ ਕਦੇ ਯਕੀਨ ਕਰਦਾ ਕਿ ਉਹ ਇਸ ਹੱਦ ਤੱਕ ਜਾਣਗੇ ਕਿ ਐਡੀ ਵੱਡੀ ਸੰਸਥਾ ਉਹਨੂੰ ਇਉਂ ਜਿੰਦਰਾ ਲਾ ਦੇਣਗੇ ਜੀ। ਮੈਂ ਉਹਨਾਂ ਤੁਹਾਡੇ ਕੋਲ ਦੁਬਾਰਾ ਸਰਦਾਰ ਤਰਲੋਚਨ ਸਿੰਘ ਜੀ, ਮੇਰੇ ਸਾਹਮਣੇ ਜਿਹੜਾ ਪੱਤਰ ਹੈ ਜਿਹੜਾ ਸਰਦਾਰ ਬਲਕਾਰ ਸਿੰਘ ਹੋਰਾਂ ਨੇ ਲਿਖਿਆ, ਉਹਦੇ ਵਿੱਚ ਜਿਹੜੇ 4 ਟਰਸਟੀ ਉਹਨਾਂ ਦੇ ਨਾਂ ਲਿਖੇ ਨੇ, ਡਾਕਟਰ ਹਰਬੰਸ ਸਿੰਘ ਖੁਰਾਣਾ ਲੁਧਿਆਣੇ ਤੋਂ, ਸਰਦਾਰ ਪ੍ਰਗਟ ਸਿੰਘ ਗਰੇਵਾਲ ਲੁਧਿਆਣਾ ਤੋਂ, ਪ੍ਰੋਫੈਸਰ ਮਨਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਪ੍ਰੋਫੈਸਰ ਸ਼ਿੰਦਰਪਾਲ ਸਿੰਘ, ਇਹਨਾਂ ਦਾ ਜ਼ਿਕਰ ਹੋਇਆ।
ਸੋ ਮੈਂ ਕਿਉਂਕਿ ਜੇ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗੇ, ਹੁਣ ਸਾਨੂੰ ਅੰਦਾਜ਼ਾ ਨਹੀਂ, ਸਰਦਾਰ ਤਰਲੋਚਨ ਸਿੰਘ ਜੀ ਸਪਸ਼ਟ ਕਰ ਸਕਣ ਕਿ ਉਹ ਉਹਨਾਂ ਦੀ ਬੇਟੀ ਦੇ ਨਾਂ ਤੇ ਆ ਜਿਹੜਾ ਮੇਨ ਕਰਤਾ ਧਰਤਾ ਉਹ ਨੇ ਜਾਂ ਉਹਨਾਂ ਦੀ ਨੂੰਹ ਨੇ। ਪ੍ਰੋਫੈਸਰ ਆਹਲੂਵਾਲੀਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਵਿਵਾਦਤ ਰਹੇ, ਆਪਣੀ ਮੌਤ ਦੇ ਦੌਰ 'ਚ, ਪਿਛਲੇ ਦੌਰ ਦੇ ਵਿੱਚ ਉਹ ਜ਼ਿੰਦਗੀ ਦੇ ਆਖਰੀ ਸਮੇਂ 'ਚ ਤਕਲੀਫ 'ਚ ਰਹੇ, ਉਹਨਾਂ ਨਾਲ ਵਿਵਾਦ ਜੁੜੇ ਹੋਏ ਸੀਗੇ, ਤਾਂ ਬਹੁਤ ਸਾਰੀਆਂ ਸਿੱਖ ਹਸਤੀਆਂ ਨਾਲ ਉਹਨਾਂ ਦੇ ਤਾਲੁਕਾਤ ਵੀ ਚੰਗੇ ਸੀਗੇ। ਕਿਉਂ ਨਹੀਂ ਸਮਾਂ ਰਹਿੰਦਿਆਂ ਕਿਸੇ ਨੇ ਐਸੇ ਟਰਸਟ ਨੂੰ, ਐਸੀ ਫਾਊਂਡੇਸ਼ਨ ਨੂੰ ਬਿਹਤਰ ਦਿਸ਼ਾ ਦਿੱਤੀ? ਭਾਵੇਂ ਜਥੇਦਾਰ ਟੌਹੜਾ ਸਾਹਿਬ ਹੋਣ ਜਾਂ ਉਹਨਾਂ ਦੇ ਮਰਨ ਤੋਂ ਬਾਅਦ ਬਾਦਲ ਸਾਹਿਬ, ਜੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾਂਦੀ ਵਰਲਡ ਸਿੱਖ ਯੂਨੀਵਰਸਿਟੀ ਦੇ ਵਿੱਚ ਉਹ ਸੇਵਾਵਾਂ ਦਿੰਦੇ ਰਹੇ, ਤਾਂ ਇਹਦਾ ਮਤਲਬ ਹੈ ਕਿ ਉਹ ਅਕਾਲੀ ਸਫਾਂ ਦੇ ਵਿੱਚ ਕਾਫੀ ਪ੍ਰਵਾਨਿਤ ਸੀਗੇ। ਸਭ ਤੋਂ ਵੱਡਾ ਸਰਦਾਰ ਤਰਲੋਚਨ ਸਿੰਘ ਜੀ ਸਵਾਲ ਇਹ ਆ ਕਿ ਇਸ ਮਾਮਲੇ ਨੂੰ ਗਵਰਨਰ ਕੋਲ ਤੁਸੀਂ ਇੱਕ ਪੱਤਰ ਲਿਖ ਕੇ ਉਠਾਓਗੇ ਕਿ ਘੱਟੋ ਘੱਟ ਦੀ ਜਾਂਚ ਕਰਾਓ, ਜਾਂ ਇਹ ਕੌਮ ਨੂੰ, ਉਹਦੀ ਸੰਸਥਾ ਕੌਮ ਦੇ ਨਜ਼ਰੀਏ ਤੋਂ ਚਲਾਉਣ ਦੀ ਆਗਿਆ ਦਿੱਤੀ ਜਾਵੇ, ਜਾਂ ਇਹ ਜੇ ਕੋਈ ਟਰਸਟ ਬਣਿਆ ਵੀ ਆ, ਕੋਈ ਲੀਗੈਲਿਟੀ ਹੈਗੀ ਆ, ਕਿਸੇ ਕਾਨੂੰਨੀ ਦਾਅ ਪੇਚ ਨਾਲ ਇਹਨੂੰ ਵਿਅਕਤੀਗਤ ਹੱਥਾਂ 'ਚ ਲੈ ਵੀ ਗਿਆ, ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਵੱਲੋਂ ਦਿੱਤੀ ਹੋਈ ਕੋਈ ਪ੍ਰਾਪਰਟੀ ਇਸ ਤਰ੍ਹਾਂ ਵਿਅਕਤੀਗਤ ਹੋ ਸਕਦੀ ਹੈ। ਇਹਦੀ ਹੋਰ ਤਹਿਕੀਕਾਤ ਕਰ ਲੈਣੀ ਚਾਹੀਦੀ ਆ। ਦੂਜੇ ਬੰਨੇ ਮੁੱਖ ਮੰਤਰੀ ਪੰਜਾਬ ਨੂੰ ਵੀ ਪੱਤਰ ਭੇਜਿਆ ਜਾ ਸਕਦਾ ਕਿ ਤੁਸੀਂ ਇਹਦੀ ਕੋਈ ਜਾਂਚ ਕਰਾਓ। ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਪੂਰੇ ਦੇ ਪੂਰੇ ਟਰਸਟ ਨੂੰ ਤਲਬ ਕਰਨ, ਉਹਨਾਂ ਨੂੰ ਸੱਦ ਕੇ ਪੁੱਛਣ ਕਿ ਬਈ ਕਰ ਕੀ ਰਹੇ ਹੋ ਤੁਸੀਂ? ਤੁਹਾਨੂੰ ਲੱਗਦਾ ਹੈ ਕਿ ਇਸ ਦਿਸ਼ਾ ਦੇ ਵਿੱਚ ਕਦਮ ਹੋਣੇ ਚਾਹੀਦੇ ਤੁਰੰਤ ਪ੍ਰਭਾਵ ਨਾਲ? ਘੱਟੋ ਘੱਟ ਇਹ ਧੁੰਦਲਕਾ ਜਾਣਾ ਚਾਹੀਦਾ। 100 ਕਰੋੜ 200 ਕਰੋੜ 300 ਕਰੋੜ ਮੈਟਰ ਨਾ ਵੀ ਕਰੇ, ਪਰ ਮੈਟਰ ਕਰਦਾ ਵੀ ਹੈ ਬਜਾਤੇ ਖੁਦ। ਜੇ ਛੋਟੀਆਂ ਛੋਟੀਆਂ ਮਤਲਬ 2 ਲੱਖ 10 ਲੱਖ 5 ਲੱਖ 5 ਕਰੋੜ ਦੀਆਂ ਕਰਪਸ਼ਨਸ ਦਾ ਜ਼ਿਕਰ ਹੁੰਦਾ ਹੈ, ਏਡੀ ਵੱਡੀ ਇੰਸਟੀਟਿਊਸ਼ਨ ਐਜ ਇਟ ਇਜ਼ ਕਿਸੇ ਹੋਰ ਦੇ ਹਵਾਲੇ ਕਰਕੇ ਤੇ ਕੌਮ ਚੁੱਪ ਕਰਕੇ ਸੌਂ ਜੇ, ਸਭ ਤੋਂ ਰੰਧਾਵਾ ਸਾਹਿਬ ਤੁਸੀਂ ਬੜਾ ਅੱਛਾ ਸਵਾਲ ਕੀਤੇ हैं और बलकार सिंह जी ने बड़ी अपनी जो एफर्ट है दसी है। पहली गल मैं बड़ी क्लीयर कर दिया कि जे जिन्ना बलेम आहलूवालिया ते है उन्ना ही बलेम बादल साहब और टौड़ा साहब ते कि उन्हां दे होंदियां ये सब कुछ होया। सवाल ये है कि साडे कौम दे लीडर अपनी जाती संबंधां नूं कौम तो उपर लै जांदे आ। हुण आपां दोनों चले गए, कोई मैं उनकी निंदिया नहीं कर रहा भी टौड़ा साहब खुद प्रधान सन इस संस्था दे, ਉਹਨਾਂ ਦੇ ਹੁੰਦਿਆਂ ਜਸਬੀਰ ਸਿੰਘ ਆਹਲੂਵਾਲੀਆ ਬਣ ਗਿਆ, ਅਸੀਂ ਬੈਠੇ। ਬਾਦਲ ਸਾਹਿਬ ਸਭ ਕੁਝ ਜਾਣਦੇ ਸਨ, ਉਹਨਾਂ ਨੇ ਜਸਬੀਰ ਸਿੰਘ ਨੂੰ 2 ਵਾਈਸ ਚਾਂਸਲਰੀਆਂ ਦਿੱਤੀਆਂ, ਕਦੇ ਉਹਨੂੰ ਇਹ ਨਹੀਂ ਕਿਹਾ ਭਾਈ ਤੂੰ ਇਹ ਵੀ ਸੰਸਥਾ ਛੱਡ ਦੇ। ਸਵਾਲ ਤੇ ਹੈ ਕਿ ਸਾਡੀ ਇਹ ਲੀਡਰਸ਼ਿਪ ਹੈ, ਗੱਲ ਉੱਥੇ ਆਓ ਕਿ ਕੌਮ ਦੀ ਲੀਡਰਸ਼ਿਪ ਸਾਡੀ ਹੈ। ਜਦੋਂ ਕੌਮ ਦਾ ਮਸਲਾ ਹੈ ਉੱਥੇ ਅਸੀਂ ਜ਼ਾਤੀਆਤ 'ਚ ਪੈ ਜਾਂਦੇ ਹਾਂ। ਸੋ ਪਹਿਲੀ ਗੱਲ ਤਾਂ ਮੈਂ ਬੜਾ ਕਲੀਅਰ ਹਾਂ ਕਿ ਦੋਨੋਂ ਚਲੇ ਗਏ, ਇਹ ਜ਼ਿੰਮੇਵਾਰ। ਹੁਣ ਇਸ ਤੇ ਜਿਵੇਂ ਤੁਸੀਂ ਕਿਹਾ, ਮੈਂ ਬੜਾ ਕਲੀਅਰ ਹਾਂ ਕਿ ਗਵਰਨਰ ਪੰਜਾਬ ਚੰਡੀਗੜ੍ਹ ਦਾ ਸਭ ਕੁਝ ਹੈ, यूनियन टैरेटरी च है, और पहले गवर्नर साहब उज्जर सिंह का शुरू किया है। तो एक जिमें अज तुम डिबेट कर रहे हो, हमला एक मारन बलकार सिंह जी कि एक छोटी जी संस्था बनाओ चंडीगढ़ के लोगों की, वो 2-4 रिटायर्ड जज, 2-4 अफसर, 2-4 विद्वान ये इकट्ठे होकर एक डेपूटेशन बना के गवर्नर साहब को मिलन कि तुम इसनूं इंटरवीन करो। कोई औखा नहीं। देखो सरकार का तुम आप रोज़ देखते हैं जिहड़े गवर्नमेंट के कानून है टूवर्ड्स गुड ऑफ द पीपल, जदों मर्जी सरकार कोई नवा एक्शन लै सकती है। आफ्टर ऑल ये जब पता ही है सानू कि सारी प्रॉपर्टी डोनेशन बाई गवर्नमेंट है, उस तो बाद एफर्ट्स ऑफ लोगों की है, वो भी सिखां दी है, इनू क्यों नहीं अनडन किया जा सकता? सो गल बड़ी सिंपल है, एफर्ट की लोड़ है। तो अज तुहाडी रंधावा साहब की जिहड़ी नवीं पहल है, मैं इनू दाद देना तो इस रिजल्ट चंगा निकल सकता है। मैं तो यही सोचदा कि संस्था नूं मुड़ के एक ट्रस्ट बना के चंडीगढ़ के लोगों का एक गुरु गोबिंद सिंह सेंटर बने। सिखां दी चंडीगढ़ बड़ी लोड़ है इस गल की कि साडा वर्ल्ड सेंटर वांगू चंडीगढ़ शहर है, इत्थे गुरु साहब के नां दीआं खोज होवे, किताबां आउण वध तो वध होवे। सो इस तो ज़्यादा वधिया सूटेबल जगह ऑन द रोड पई है, पर एक्शन की लोड़ है। हुण गल एक्शन की है, मैं तो दिल्ली रहना, ये मैं तो तुहाडी राय दे सकदा अपनी, पर हुण चंडीगढ़ दे मैं तो इन्होंने कहा सी कि 2 जज अगे लगाओ ताकि इन्हू लीगल इशू भी बना सकते हैं। अकाल तख्त तो श्रोमणी कमेटी इंटरवीन करे और गवर्नर साहब नूं जाए, नहीं तो पंजाब CM भी, क्योंकि पंजाब गवर्नमेंट की ग्रांट सी, हुण भी इस दे कोई एक्शन लीगल कर सकते। दिस इज माई ओपीनियन जी। तुसीं बिल्कुल ठीक कहा कि इहदे विच वड्डे चेहरे सिख विद्वान और कानूनी माहिर ਜਿਹੜੇ ਜੱਜ ਦੇ ਰੂਪ ਵਿੱਚ ਹੋਣ ਤਾਂ ਹੋਰ ਬਿਹਤਰ ਆ, ਚੰਡੀਗੜ੍ਹ 'ਚ ਬੈਠੇ ਵੀ ਹੋਇਆ। ਔਰ ਸਰਦਾਰ ਤਰਲੋਚਨ ਸਿੰਘ ਜੀ ਤੁਸੀਂ ਵੀ ਦੂਰ ਨਹੀਂ ਆ ਦਿੱਲੀ ਤੋਂ, ਤੁਸੀਂ ਆ ਸਕਦੇ ਹੋ। ਮੈਨੂੰ ਲੱਗਦਾ ਕਿ ਜੇ 10 ਸਮਰੱਥ ਲੋਕ ਗਵਰਨਰ ਕੋਲ ਜਾਣ ਔਰ ਮੁੜ ਕੇ ਉਹ ਮੁੱਖ ਮੰਤਰੀ ਕੋਲ ਵੀ ਜਾਣ, ਕੋਈ ਮੁਸ਼ਕਲ ਨਹੀਂ।
ਮੇਰੀ ਪਿਛਲੇ ਦਿਨਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਆ, ਅੱਜ ਕੱਲ ਬੀਜੇਪੀ ਦੀਆਂ ਸਿਖਰਲੀਆਂ ਸਫਾਂ ਦੇ ਵਿੱਚ ਉਹਨਾਂ ਦੀ ਸੁਣੀ ਜਾਂਦੀ ਆ। ਤੇ ਇੱਧਰ ਸੰਧਵਾ ਸਾਹਿਬ ਜਿਹੜੇ ਸਰਕਾਰ ਦੇ ਨਜ਼ਰੀਏ ਤੋਂ ਕੋਈ ਵੀ ਗੱਲ ਵਿਧਾਨ ਸਭਾ ਵੱਲੋਂ ਲਿਖ ਕੇ ਜੇ ਮੁੱਖ ਮੰਤਰੀ ਨੂੰ ਫਾਰਵਰਡ ਕਰ ਦਿੰਦੇ ਤੇ ਉੱਤੇ ਵੀ ਅਸਰ ਹੋਣਾ। ਇਹਨਾਂ ਲੋਕਾਂ ਨੂੰ ਵੀ ਐਕਟੀਵੇਟ ਕੀਤਾ ਜਾਵੇ, ਇਹਨਾਂ ਨੂੰ ਕਿਹਾ ਜਾਵੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪਣੇ ਤੌਰ ਤੇ ਮੁੱਖ ਮੰਤਰੀ ਨੂੰ ਲਿਖ ਦੇਣ। ਹਾਲਾਂਕਿ ਇਹਨਾਂ 'ਚ ਟਸਲ ਚੱਲਦੀ ਰਹਿੰਦੀ ਆ, ਪਰ ਸਿੱਖ ਸੰਸਥਾ ਦੇ ਨਜ਼ਰੀਏ ਤੋਂ ਇਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ। ਸਰਦਾਰ ਬਲਕਾਰ ਸਿੰਘ ਜੀ, ਵਿਅਕਤੀਗਤ ਤੌਰ ਤੇ ਜਿਹੜੀਆਂ ਤੁਸੀਂ ਚਿੱਠੀਆਂ ਲਿਖੀਆਂ, ਇੱਕ ਵਾਰੀ ਉਹਨਾਂ ਚਿੱਠੀਆਂ ਨੂੰ ਰਿਮਾਈਂਡਰ ਦੇ ਰੂਪ ਦੇ ਵਿੱਚ ਕੱਲ ਹੀ ਸਾਰਿਆਂ ਨੂੰ ਦੁਬਾਰਾ ਭੇਜੋ। ਮਤਲਬ ਜੇ ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਵਿਅਕਤੀਗਤ ਤੌਰ ਤੇ ਵੀ ਕੁਝ ਕਹਿਣਾ ਚਾਹਣ, ਉਹਨਾਂ ਨੂੰ ਕਹਿਣਾ ਬਣਦਾ ਹੈ ਕਿ ਤੁਸੀਂ ਇਹ ਕੰਮ ਦੇ ਇਹ ਕਿਉਂ ਨਹੀਂ ਕੀਤਾ, ਤੁਹਾਡੇ ਤੇ ਕਿਹਦਾ ਪ੍ਰੈਸ਼ਰ ਸੀਗਾ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਉਹ ਦਮਦਮਾ ਸਾਹਿਬ ਦੇ ਜਥੇਦਾਰ ਨੇ, ਤਖਤ ਸ੍ਰੀ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ, ਉਹਨਾਂ ਨੂੰ ਵੀ ਇੱਕ ਵਾਰੀ ਫਿਰ ਤੁਹਾਨੂੰ ਨੌਕ ਕਰਨਾ ਚਾਹੀਦਾ ਕਿ ਅਗਲੀ ਸਿੰਘ ਸਭਾ ਦੀ ਮਾਫੀ ਚਾਹੁੰਦਾ, ਅਗਲੀ ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਤੁਸੀਂ ਨਿੱਜੀ ਤੌਰ ਤੇ ਮਾਮਲਾ ਉਠਾਓ। ਗਿਆਨੀ ਰਘਬੀਰ ਸਿੰਘ ਨੂੰ ਵੀ ਕਿਹਾ ਜਾ ਸਕਦਾ ਹੈ ਔਰ ਇਹ ਮਾਮਲਾ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਅਗਲੀ ਵਾਰੀ ਵਿਚਾਰਿਆ ਜਾਵੇ। ਸਰਦਾਰ ਬਲਕਾਰ ਸਿੰਘ ਦੀ ਕੰਪਲੇਂਟ, ਸ਼ਿਕਾਇਤ ਇਹਨਾਂ ਦੇ ਸ਼ੰਕਿਆਂ ਦੇ ਨਜ਼ਰੀਏ ਤੋਂ ਇਸੇ ਪੱਤਰ ਨੂੰ ਆਧਾਰ ਬਣਾ ਕੇ ਇਹਨੂੰ ਸਿੰਘ ਸਾਹਿਬਾਨ ਵਿਚਾਰਨ ਤੇ ਇਹਦੇ ਉੱਤੇ ਅਗਲੀ ਕਾਰਵਾਈ ਲਈ ਕੋਈ ਨਾ ਕੋਈ ਸਿੱਖ ਵਿਦਵਾਨਾਂ ਦਾ ਜਿਹੜਾ, ਜੇ ਅਕਾਲ ਤਖਤ ਵੱਲੋਂ ਇਹ ਹੁਕਮ ਆ ਜੇ ਕੋਈ 5-7 ਵਿਦਵਾਨਾਂ ਨੂੰ, ਹੋਰ ਵੱਡੀ ਗੱਲ ਹੋ ਜੇ ਮੈਨੂੰ ਲੱਗਦਾ। ਸਰਦਾਰ ਬਲਕਾਰ ਸਿੰਘ ਜੀ। ਹਾਂ, ਮੈਂ ਰੰਧਾਵਾ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਤਰਲੋਚਨ ਸਿੰਘ ਵੀ ਠੀਕ ਕਹਿ ਰਹੇ ਨੇ, ਪਰ ਮੈਨੂੰ ਇਹ ਹੈ ਕਿ ਅਨਵਿਲਿੰਗ ਜੱਜ ਸਾਹਿਬਾਨ ਨੂੰ ਕਿਸੇ ਨੂੰ ਅੱਗੇ ਲਾਤਾ ਤੇ ਇਹ ਮਾਮਲਾ ਪੇਚੀਦਾ ਜਿਹਾ, ਇਹਦੇ ਵਾਸਤੇ ਪੰਥਕ ਸੋਚ ਵਾਲਾ ਬੰਦਾ ਜਿਹੜਾ ਉਹ ਹੋਣਾ ਚਾਹੀਦਾ। ਮੇਰੇ ਮੁਤਾਬਕ ਇਹ ਅਕਾਲ ਤਖਤ ਦੇ ਰਾਹੀਂ ਹੀ ਰੂਟ ਹੋਣੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਹੇ ਤੋਂ ਅਸੀਂ ਇੱਕ ਮੀਟਿੰਗ ਟਰਸਟੀਆਂ ਨਾਲ ਚਾਰਾਂ ਨਾਲ ਕੀਤੀ ਸੀ। ਉਹਦੇ ਵਿੱਚ ਅਸੀਂ ਇਹ ਪਾਸ ਕੀਤਾ ਸੀਗਾ ਕਿ ਇਹ ਇਕੱਤਰਤਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਇਸ ਇਕੱਤਰਤਾ ਵਿੱਚ ਕਿ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਉੱਤੇ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਦੇ ਪਰਿਵਾਰ ਵੱਲੋਂ ਕਬਜ਼ਾ ਕੀਤੇ ਜਾਣ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਕਬਜ਼ੇ ਦੇ ਨੇ ਇਸ ਸੰਸਥਾ ਦਾ ਜਿਹੜਾ ਪੁਰਾਤਨ ਸਤਿਕਾਰ ਹੈ ਉਹ ਬਹਾਲ ਕਰਨ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਹੁਣ ਵੀ ਮੈਂ ਇਹ ਕਹਿਣਾ ਕਿ ਤੁਹਾਨੂੰ ਤੁਹਾਡੀ ਭੂਮਿਕਾ ਹੈ, ਅੱਜ ਤੁਸੀਂ ਬਹੁਤ ਵਧੀਆ ਕੀਤਾ ਵੀ ਸੋਸ਼ਲ ਮੀਡੀਆ ਤੇ ਅਸੀਂ ਆ ਗਏ ਹਾਂ। ਚਾਰੇ ਬੰਦੇ ਅਗਲੀ ਵਾਰ ਨੂੰ ਕੇਰ ਸਿੰਘ ਵੀਰ ਵਿੱਚ ਸ਼ਾਮਲ ਹੈ। ਕੇਰ ਸਿੰਘ, ਮਨਜੀਤ ਸਿੰਘ ਨੂੰ ਛੱਡੋ, ਸੱਦੋ ਇੱਕ ਵਾਰ, ਹਰਬੰਸ ਸਿੰਘ ਨੂੰ ਜ਼ਰੂਰ ਇੰਟਰਵਿਊ ਕਰੋ ਇੱਕ ਵਾਰ ਜੀ। ਹਰਬੰਸ ਸਿੰਘ ਨੂੰ ਇੰਟਰਵਿਊ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਹਰਬੰਸ ਸਿੰਘ ਜਨਰਲ ਸੈਕਟਰੀ ਹੈ, ਤੁਹਾਡੇ ਕੋਲ ਰਿਕਾਰਡ ਹੈ ਜੀ, ਉਸ ਰਿਕਾਰਡ ਤੋਂ ਬਹੁਤ ਕੁਝ ਪਤਾ ਲੱਗ ਸਕਦਾ। ਦੇਖੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਨੇ ਉਹ ਤੇ ਜੇਤੇ ਉਹਨੂੰ, ਹੁਣ ਤੁਸੀਂ ਜਾ ਕੇ ਕੋਈ ਮੁਕੱਦਮਾ ਕਰਦੇ ਤੇ ਅਗਲੇ 20 ਸਾਲ ਮੁਕੱਦਮਾ ਚੱਲਦਾ ਰਹੇਗਾ। ਉਹਨਾਂ ਕੋਲ ਤੇ 2.5 ਲੱਖ ਰੁਪਇਆ ਕਿਰਾਇਆ ਆ ਰਿਹਾ, ਉਹ ਤੇ ਵਕੀਲ ਨੂੰ ਦੇ ਦੇਣਗੇ। ਜਿਹੜਾ ਮੁਕੱਦਮਾ ਕਰੇਗਾ ਉਹ ਕਿਧਰੋਂ ਕਰੇਗਾ? ਇਸ ਕਰਕੇ ਇਹ ਬਿਲਡਿੰਗ, ਇਹ ਦੱਸ ਦਿਓ ਨਾ, ਇਹ ਕਿਰਾਇਆ ਬਿਲਡਿੰਗ ਚੋਂ ਆ ਰਿਹਾ ਜੀ, ਕਿਰਾਇਆ ਬਿਲਡਿੰਗ ਦਾ ਹੀ ਹੈ, ਉਹਦੀ ਬਿਲਡਿੰਗ ਦਾ ਕਿਰਾਇਆ ਹੈ 2.5 ਲੱਖ ਰੁਪਇਆ ਕਿਰਾਇਆ। ਉਹਨਾਂ ਨੇ ਦੱਸਿਆ ਉਦੋਂ ਜਦੋਂ ਅਸੀਂ ਉੱਥੇ ਗਏ ਜੀ। ਹੁਣ ਮੈਨੂੰ ਇਹ ਹੈ ਕਿ ਇਹ ਤੁਸੀਂ ਇਹਨਾਂ ਜਿਹੜੇ ਤੁਹਾਡੇ ਕੋਲ ਟਰਸਟੀਆਂ ਦੇ ਨੰਬਰ ਆ ਗਏ ਨੇ, ਉਹਨਾਂ ਦੇ ਟੈਲੀਫੋਨ ਨੰਬਰ ਪਏ ਨੇ, ਉਹਨਾਂ ਨੂੰ ਇੱਕ ਵਾਰ ਇਹਨਾਂ ਨੂੰ ਲਿਆਓ ਤੇ ਇਹ ਇੱਕ ਗੱਲ ਜਿਹੜੀ ਹੈ ਪੰਥਕ ਤੌਰ ਤੇ ਇੱਕ ਪੰਥਕ ਸੁਰ ਵਿੱਚ ਸਾਹਮਣੇ ਆਵੇ। ਮੈਂ ਇਹ ਜ਼ਿੰਮੇਵਾਰੀ ਲੈ ਲੈਣਾ ਕਿ ਮੈਂ ਜਥੇਦਾਰ ਸਾਹਿਬ ਸਿੰਘ ਸਾਹਿਬ ਰਘਬੀਰ ਸਿੰਘ ਨੂੰ ਮਿਲ ਲੈਣਾ ਜੀ, ਉਹਨਾਂ ਨੂੰ ਇਹ ਗੱਲ ਜਿਹੜੀ ਹੈ ਚੇਤਾ ਵੀ ਕਰਵਾ ਦੇਣਾ, ਉਹਨਾਂ ਨੂੰ ਰਿਕਾਰਡ ਵੀ ਦੇ ਦੇਣਾ ਜਿਹੜਾ ਮੇਰੇ ਕੋਲ ਹੈ। ਪਰ ਅਸਲ ਗੱਲ ਜਿਹੜੀ ਹੈ ਉਹ ਸਰਦਾਰ ਹਰਬੰਸ, ਉਹਨਾਂ ਨੇ ਹਰਬੰਸ ਸਿੰਘ ਨੂੰ ਸੱਦ ਲਿਆ ਵੀ ਰਿਕਾਰਡ ਆ ਕੇ ਲੈ ਜਾ। ਹਰਬੰਸ ਸਿੰਘ ਬਜ਼ੁਰਗ ਆਦਮੀ ਹੈ, ਡਾਕਟਰ ਹੈ, ਬਹੁਤ ਸੀਨੀਅਰ ਬੰਦਾ ਹੈ, ਤੇ ਉਹ ਨਹੀਂ ਆਇਆ ਹੋਣਾ। ਉਦੋਂ ਵੀ ਅਸੀਂ ਆਇਆ ਤੇ ਸਾਹੀਂ ਉਹਦੀ ਧੰਨਵਾਦ ਕੀਤਾ ਵੀ ਤੁਸੀਂ ਬਜ਼ੁਰਗ ਹੋਣ ਕਰਕੇ ਵੀ ਆ ਗਏ। ਹੁਣ ਇਸ ਹਾਲਤ ਵਿੱਚ ਉਹਨਾਂ ਨੂੰ ਅਗਲੇ ਦਿਨ, ਕੱਲ ਨੂੰ ਤੁਸੀਂ ਅੱਜ ਹੀ ਕੰਟੈਕਟ ਕਰੋ ਤੇ ਕੱਲ ਨੂੰ ਉਹਨੂੰ ਤੇ ਉਹਨਾਂ ਦੇ ਨਾਲ ਕੋਈ ਵੀ ਬੰਦਾ ਲੈ ਕੇ ਉਹਨਾਂ ਨੇ ਇੰਟਰਵਿਊ ਕਰੋ। ਇਹ ਜੀ ਇਹ ਯਤਨ ਕਰਦੇ ਹਾਂ ਜੀ। ਮੈਂ ਵੈਸੇ ਕੋਸ਼ਿਸ਼ ਕੀਤੀ, ਮੈਂ ਸਰਚ ਕੀਤਾ, ਚੰਡੀਗੜ੍ਹ ਦੇ ਆਪਣੇ ਸਾਰੇ ਸਾਧਨ ਵਰਤਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜੇ ਮੌਜੂਦਾ ਪ੍ਰਬੰਧਕ ਨੇ ਉੱਥੇ, ਭਾਵੇਂ ਉਹ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਦੇ ਪਰਿਵਾਰ ਚੋਂ ਕੋਈ ਵੀ ਹੋਣ ਜਾਂ ਉੱਥੇ ਕੋਈ ਵੀ ਜ਼ਿੰਮੇਦਾਰ ਵਿਅਕਤੀ ਜਿਹੜਾ ਬੈਠਦਾ ਹੋਵੇ, ਉਹ ਸਾਡੇ ਨਾਲ ਗੱਲ ਹੋ ਸਕੇ, ਅਸੀਂ ਉਹਨਾਂ ਦਾ ਪੱਖ ਅੱਗੇ ਵਧਾ ਸਕੀਏ, ਜਾਣ ਸਕੀਏ, ਜਾਂ ਇਸ ਪ੍ਰੋਗਰਾਮ ਤੋਂ ਪਹਿਲਾਂ ਸਾਡੇ ਕੋਲ ਉਹਨਾਂ ਦਾ ਨੁਕਤਾ ਨਜ਼ਰ ਜਾਣਕਾਰੀ ਦੇ ਰੂਪ 'ਚ ਹੋਵੇ। ਪਰ ਮੈਂ ਅਸਮਰਥ ਰਿਹਾ, ਅਸੀਂ ਕਰ ਨਹੀਂ ਸਕੇ। ਮੈਂ ਇਸ ਕਰਕੇ ਇਸ ਗੱਲ ਨੂੰ ਪਲੇਟਫਾਰਮ ਤੋਂ ਅੱਗੇ ਵਧਾ ਰਿਹਾ ਕਿ ਸਰਦਾਰ ਬਲਕਾਰ ਸਿੰਘ ਜੀ ਨੇ
ਉਹਨਾਂ ਬਾਕੀ 4 ਟਰਸਟੀਆਂ ਨਾਲ ਮੀਟਿੰਗ ਕੀਤੀ, ਮਤਾ ਕੀਤਾ, ਉਸ ਦੀ ਇੱਕ ਬੇਨਤੀ ਪੱਤਰ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਆ ਕਾਰਵਾਈ ਜਿਹੜੀ ਹੈ ਪਈ ਆ ਸਾਰਿਆਂ ਦੀ ਜੀ, ਮਤਲਬ ਉਹ ਜਦੋਂ ਇਹਨਾਂ ਭੇਜਤੀ, ਇਹਦਾ ਮਤਲਬ ਹੈ ਕਿ ਬਹੁਗਿਣਤੀ ਲੋਕ ਜੇ ਉਹ ਟਰਸਟ ਦੇ ਵਿੱਚ ਇਹ ਸਮਝਦੇ ਆ ਕਿ ਉੱਥੇ ਠੀਕ ਨਹੀਂ ਹੋ ਰਿਹਾ, ਬੇਨਿਯਮੀਆਂ ਨੇ ਕੌਮੀ ਜਾਇਦਾਦ ਵਿਅਕਤੀਗਤ ਹੱਥਾਂ 'ਚ ਹੈ, ਤਾਂ ਇਹ ਗੱਲ ਕੌਮ ਦੇ ਸਾਹਮਣੇ ਰੱਖਣੀ ਚਾਹੀਦੀ ਆ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਨ ਵਾਲਿਓ, ਤੁਸੀਂ ਆਪਣੇ ਆਪਣੇ ਦਾਅਵੇ ਰੱਖਣ ਵਾਲਿਓ, ਕਿਉਂ ਆਖਰ ਏਡੀਆਂ ਵੱਡੀਆਂ ਸੰਸਥਾਵਾਂ ਅੱਜ ਹੁਣ ਜੇਕਰ ਸਰਦਾਰ ਤਰਲੋਚਨ ਸਿੰਘ ਜੀ, ਜੇਕਰ ਅੱਜ ਦੇ ਦਿਨ ਦੀ ਸਥਿਤੀ ਦੇਖੀਏ ਤੇ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣਨ ਤੋਂ ਬਾਅਦ ਗਵਰਨਰ ਕੋਲੋਂ ਪਲਾਟ ਮੰਗਦੀ ਆ, ਉਹਨੂੰ ਪਲਾਟਮੈਂਟ ਨਹੀਂ ਦਿੱਤਾ ਜਾ ਰਿਹਾ, ਨਾ ਹੋ ਜਾਂਦੀ। ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇ ਟੁਕੜੇ ਬਹੁਤ ਘੱਟ ਬਚੇ ਆ। ਜੇ ਕੋਈ ਸੰਸਥਾਵਾਂ ਬਣ ਗਈਆਂ ਉਸ ਦੌਰ ਦੇ ਵਿੱਚ ਤਤਕਾਲੀ ਹਾਕਮਾਂ ਦਾ ਨਜ਼ਰੀਆ ਪੋਜ਼ਿਟਿਵ ਰਿਹਾ, ਉਹਨਾਂ ਨੇ ਚੰਗੀ ਗੱਲ ਕੀਤੀ ਕਿ ਸੰਸਥਾਵਾਂ ਬਣਾਤੀਆਂ। ਹੁਣ ਨਵੀਆਂ ਲਈ ਸਪੇਸ ਨਹੀਂ ਬਚੀ, ਪੁਰਾਣੀਆਂ ਅਸੀਂ ਜਿਉਂਦੀਆਂ ਨਹੀਂ ਰੱਖ ਰਹੇ, ਫਿਰ ਸਾਡਾ ਤਾਂ ਫਿਰ ਬਾਬਾ ਆਦਮ ਨਿਰਾਲਾ ਹੀ ਆ ਨਾ ਜੀ। ਸੋ ਮੈਂ ਇਹ ਇੱਕ ਵਾਰੀ ਲਾਸਟ ਤੁਹਾਡੇ ਕੋਲ ਲਫ਼ਜ਼ ਲੈਣਾ ਚਾਹੁੰਦਾ ਕਿ ਜਿੱਥੇ ਹੁਣ ਖੜੇ ਆ ਜੀ ਲਾਵਾ ਜੀ, ਮੇਰੀ ਇੱਕ ਹੋਰ ਸਲਾਹ ਹੈ। ਦੇਖੋ, ਅਸੀਂ ਜੱਦਾਰ ਅਕਾਲ ਤਖਤ ਸੁਪਰੀਮ ਸਿੱਖ ਅਥਾਰਟੀ ਮੰਨਦੇ ਹਾਂ। ਇਸ ਬਾਰੇ ਕੋਈ ਜਿਸ ਬਾਰ ਡਾਕਟਰ ਬਲਕਾਰ ਸਿੰਘ ਨੇ ਕਿਤਾਬਾਂ ਵੀ ਲਿਖੀਆਂ, ਨਵੀਂ ਕਿਤਾਬ ਹੋਰ ਆ ਰਹੀ ਹੈ ਜੀ, ਉਹਨੇ ਰਿਲੀਜ਼ ਹੋਣੀ ਹੈ। ਜਦ ਉਹ ਸਿੰਘ ਸਾਹਿਬ ਨੂੰ ਅਸੀਂ ਰਿਲੀਜੀਅਸ ਅਥਾਰਟੀ ਦਿੰਦੇ ਹਾਂ, ਇੱਕ ਵਾਰੀ ਉਹ ਤਾਂ ਆਪ ਟਰਾਈ ਕਰਨ, ਪਰਿਵਾਰ ਨੂੰ ਬੁਲਾ ਕੇ ਕਹਿਣ ਬਈ ਤੁਸੀਂ ਚੁੱਪ ਚੁਪੀਤੇ ਮੈਂ ਇਹ ਕਰਨ ਲੱਗਾ, ਲਿਖ ਕੇ ਦੇ ਦਿਓ, ਛੱਡੋ। ਇੱਕ ਵਾਰੀ ਇਹ ਉਪਰਾਲਾ ਵੀ ਕਰ ਲੈਣ। ਜਿਹੜੀ ਏਡੀ ਵੱਡੀ ਤਾਕਤ ਹੈ, ਉਹ ਤਾਕਤ ਥੋੜੀ ਜਿਹੀ ਆਪਣੀ ਤਾਕਤ ਦੀ ਵਰਤੋਂ ਕਰੇ। ਔਰ ਇੱਕ ਉਪਰਾਲਾ ਇਹ ਵੀ ਕੀਤਾ ਜਾਵੇ ਕਿ ਪਰਿਵਾਰ ਨੂੰ ਬੁਲਾਉਣ, ਭਾਈ ਦੇਖੋ ਇਹ ਹਿਸਟਰੀ ਹੈ ਜੀ, ਨਾ ਇਹ ਤੁਹਾਡੀ ਜ਼ਾਤੀ ਜਾਇਦਾਦ ਹੈ, ਨਾ ਇਹ ਤੁਹਾਡੀ ਕਿਧਰੋਂ ਆਪਣੀ ਖਰੀਦੀ ਹੈ, ਇਹ ਪੰਥ ਦੀ ਜਾਇਦਾਦ। ਗਲਤੀ ਨਾਲ ਤੁਹਾਡਾ ਫਾਦਰ ਉਸ ਵਕਤ ਬਿਮਾਰ ਸੀ, ਸ਼ਾਇਦ ਤਾਂ ਨਹੀਂ ਤੁਹਾਨੂੰ ਕਰ ਸਕਿਆ। ਕੋਈ ਥੋੜਾ ਜਿਹਾ ਇਹ ਉਪਰਾਲਾ ਵੀ ਕਰ ਲਓ ਮੇਰੇ ਖਿਆਲ, ਤਾਂ ਕਿ ਸਿੰਘ ਸਾਹਿਬ ਦੀ ਜਿਹੜੀ ਅਥਾਰਟੀ ਹੈ ਉਹ ਇਦਾਂ ਵਰਤੀ ਜਾਵੇ। ਮੇਰੀ ਇਹ ਰਾਏ। ਇਹਦੇ 'ਚ ਇੱਕ ਲਾਸਟ ਗੱਲ ਮੈਂ ਕਹਿਣੀ ਚਾਹੂੰਗਾ ਕਿ ਪਿਛਲੇ ਇੱਕ ਅਰਸੇ ਤੋਂ ਇਸ ਸੰਸਥਾਵਾਂ ਦੇ ਜਿਹੜੇ ਅਸਾਸੇ ਆ, ਇਸ ਸੰਸਥਾ ਦੇ ਜਿਹੜੇ ਐਸੈਟਸ ਨੇ, ਉਹ ਕਿੱਦਾਂ ਵਰਤੇ ਜਾ ਰਹੇ ਆ, ਉਹ ਕਿਸ ਕੰਮ ਦੇ ਉੱਤੇ ਉਹ ਪੈਸੇ ਖਰਚ ਹੋ ਰਹੇ ਆ, ਜੇ ਕੋਈ ਪੈਸੇ ਆ ਰਹੇ ਆ ਤਾਂ ਇਹ ਗੱਲ ਜਾਂਚ ਦਾ ਵਿਸ਼ਾ ਹੈ ਕਿ ਜੇ ਕੋਈ ਵਿਅਕਤੀਗਤ ਹੱਥਾਂ ਦੇ ਵਿੱਚ ਕੁਝ ਹੋ ਰਿਹਾ ਤੇ ਇਹਦਾ ਮਤਲਬ ਹੈ ਕਿ ਕੌਮ ਦਾ ਸਰਮਾਇਆ ਵਿਅਕਤੀਗਤ ਕਿਉਂ ਹੋਵੇ, ਵੀ ਤਾਂ ਸਵਾਲ ਹੈ ਨਾ ਜੀ ਸਰਦਾਰ ਬਲਕਾਰ ਸਿੰਘ। ਬਿਲਕੁਲ, ਮੈਂ ਰੇਜ਼ ਹੀ ਇਹ ਕਰ ਰਿਹਾ ਹਾਂ ਕਿ ਮੈਨੂੰ ਕੋਈ ਜਿੰਨੇ ਚਿਰ ਜਸਵੀਰ ਸਿੰਘ ਵਾਲੀ ਰਹੇ ਨੇ, ਉਹਨਾਂ ਨੂੰ ਕਿਤੇ ਪੁੱਛਣ ਦੀ ਲੋੜ ਵੀ ਨਹੀਂ ਪਈ, ਕਿਉਂਕਿ ਕੰਮ ਹੋ ਰਿਹਾ ਸੀ। ਉਹਨਾਂ ਦੇ ਜਾਣ ਤੋਂ ਬਾਅਦ ਕੋਈ ਵਾਈ ਤਾਈ ਕਿਤੇ ਹੈ ਹੀ ਨਹੀਂ, ਕੋਈ ਕੰਮ ਨਹੀਂ ਹੋ ਰਿਹਾ। ਕੋਈ ਹੁਣ ਮੈਨੂੰ ਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ। ਮੈਂ ਇੱਕ ਬੰਦੇ ਡਿਊਟੀ ਲਾਈ, ਮਤਲਬ ਉਹਨਾਂ ਦੀ, ਵੀ ਮੈਨੂੰ ਯਾਰ ਇਹ ਪਤਾ ਹੀ ਕਰਕੇ ਦੇ ਦਿਓ, ਮੈਨੂੰ ਤਾਂ ਉਹ ਲੈਣਾ ਆਉਂਦਾ ਨਹੀਂ। ਖਰੜ ਵਿੱਚ ਰਜਿਸਟਰਡ ਹੈ ਇਹ ਟਰਸਟ। ਅੱਛਾ, ਜੇ ਖਰੜ ਤੋਂ ਪਤਾ ਕਰ ਲਓ ਇਹ ਟਰਸਟ ਦਾ, ਤੇ ਪਤਾ ਲੱਗੇ ਵੀ ਟਰਸਟ ਦੀਆਂ ਸ਼ਰਤਾਂ ਕੀ ਨੇ, ਉਹ ਬਦਲੀਆਂ ਕਿਵੇਂ ਗਈਆਂ। ਹੁਣ ਇਹ ਗੱਲ ਜਿਹੜੀ ਹੈ, ਮੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਸ ਕਰਕੇ ਸਮਰੱਥ ਬਣਦਾ ਕਿ ਉਹਨਾਂ ਦੀ ਅਥਾਰਟੀ ਹੈ ਤੇ ਉਹ ਸ਼੍ਰੋਮਣੀ ਕਮੇਟੀ ਨੂੰ ਕਹਿ ਸਕਦੇ ਨੇ, ਉਹਨਾਂ ਕੋਲ ਵਕੀਲ ਵੀ ਨੇ, ਸਭ ਕੁਝ ਹੀ ਹੈ। ਜਿਹੜੀ ਗੱਲ ਤਰਲੋਚਨ ਸਿੰਘ ਹੁਣੀ ਕਹਿੰਦੇ ਨੇ ਕਿ ਚੰਡੀਗੜ੍ਹ ਵਿੱਚ ਜਿਹੜੇ ਸਰਕਰਤਾ ਸਿੱਖ ਨੇ, ਉਹਨਾਂ ਨੂੰ ਸੱਦ ਕੇ ਉਹਨਾਂ ਦੇ ਸਾਹਮਣੇ ਰੱਖਿਆ ਜਾਵੇ, ਇਹ ਐਚਪੀਸੀ ਕਰ ਸਕਦੀ ਹੈ। ਮੇਰੀ ਬੇਨਤੀ ਇਹ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਮਿਲ ਕੇ ਮੈਂ ਕਹੂੰਗਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਉਹ ਹੁਕਮ ਕਰਨ ਕਿ ਇਸ ਗੱਲ ਦੀ ਤਹਿਕੀਕਤ ਕਰਕੇ ਉਹਨਾਂ ਨੂੰ ਰਿਪੋਰਟ ਬੈਕ ਕਰਨ, ਜਾਂ ਉਹਨਾਂ ਨੂੰ ਅਧਿਕਾਰ ਹੈ ਕਿ ਜਸਵੀਰ ਸਿੰਘ ਵਾਲੀ ਦੀ ਬੇਟੀ ਜਿਹੜੀ ਹੈ ਉਹਨੂੰ ਬੁਲਾ ਲੈਣ। ਪਰ ਉਹ ਜੇ ਨਾ ਪੇਸ਼ ਹੋਣ, ਕਿਉਂਕਿ ਜਾਇਦਾਦਾਂ ਦੇ ਮਾਮਲੇ 'ਚ ਲੋਕ ਕੇਸ ਮਾਰ ਜਾਂਦੇ ਨੇ, ਤੇ ਉਹਦਾ ਹੋਰ ਤਰੀਕਾ ਲੱਭ ਲੈਣਾ ਚਾਹੀਦਾ। ਪ੍ਰੋਫੈਸਰ ਬਲਕਾਰ ਸਿੰਘ ਜੀ, ਇੱਥੇ ਇੱਕ ਕੁਐਸਚਨ, ਇੱਕ ਸਵਾਲ ਖੜਾ ਹੋ ਜਾਂਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਤੇ ਆਪਣੀਆਂ ਬਹੁਤ ਸਾਰੀਆਂ ਪ੍ਰਾਪਰਟੀ ਜਿਹੜੀਆਂ ਨੇ ਉਹ ਟਰਸਟ ਦੇ ਰੂਪ 'ਚ ਅੱਗੇ ਵਧ ਰਹੀਆਂ। ਸਵਾਲ ਤਾਂ ਉੱਥੇ ਵੀ ਖੜਾ ਹੋ ਜਾਣਾ, ਮੀਰੀ ਪੀਰੀ ਹਰਿਆਣੇ ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਗਿੱਲ ਪਿੰਡ ਦੇ ਵਿੱਚ ਲੋਕ ਸਵਾਲ ਗੱਲ ਸ਼੍ਰੋਮਣੀ ਕਮੇਟੀ ਦੀ ਨਹੀਂ ਹੈ। ਦੇਖੋ, ਭਾਵੇਂ ਉਹਨਾਂ ਦੇ ਪ੍ਰਬੰਧ ਸਮਰੱਥ ਚੱਲ ਰਹੇ ਹੋਣ, ਫਿਰ ਵੀ ਉੱਥੇ ਵਿਅਕਤੀਗਤ ਤੌਰ ਤੇ ਮਤਲਬ ਹਾਂ, ਜਿੱਥੇ ਤਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਮੈਂਬਰ ਜਾਂ ਕਾਰਜਕਾਰਨੀ ਪੂਰੀ ਬਤੌਰ ਕਾਰਜਕਾਰਨੀ ਟਰਸਟੀ ਹੈ, ਤੇ ਉਹ ਵਿਧਾਨ 'ਚ ਲਿਖਿਆ ਉਹਨੂੰ ਤਾਂ ਜਾਇਜ਼ ਮੰਨੀਏ। ਤੇ ਜਿਨ੍ਹਾਂ ਟਰਸਟਾਂ ਦੇ ਵਿੱਚ ਵਿਅਕਤੀਗਤ ਮੈਂਬਰ ਪਾਤੇ ਗਏ, ਸ਼੍ਰੋਮਣੀ ਕਮੇਟੀ ਤਾਂ ਆਪ ਸ਼ੱਕ 'ਚ ਆਜੂ, ਅਜੇ ਤਾਂ ਉਹਦੀ ਜਾਣਕਾਰੀ ਨਹੀਂ। ਲੋਕ ਕਹਿਣਗੇ ਤੁਸੀਂ ਹੋਰ ਇਹ ਸਿਆਪਾ ਖੜਾ ਕਰ ਰਹੇ ਹੋ। ਤਾਂ ਮੈਨੂੰ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੋਕਾਂ ਦੇ ਸਵਾਲਾਂ ਦੇ ਨਜ਼ਰੀਏ ਤੋਂ ਇਹਦੇ ਤੇ ਨਿਰਪੱਖ ਕੋਈ ਗੱਲ ਤੋਰਨੀ ਚਾਹੀਦੀ ਆ ਕਿ ਜਿਹੜਾ ਇਹਦਾ ਸਰੂਪ ਸੀ,
ਜਦੋਂ ਇਹ ਬਣਦੀ ਆ ਉਸ ਤੋਂ ਬਾਅਦ ਜਿਹੜਾ ਸਾਲਾਂ ਤੱਕ, ਦਹਾਕਿਆਂ ਤੱਕ, ਸਦੀ ਤੱਕ ਇਹਦਾ ਸਰੂਪ ਲਗਭਗ ਕਾਇਮ ਰਹਿੰਦਾ, ਪੌਣੀ ਸਦੀ ਤੱਕ ਉਹੀ ਸਰੂਪ ਕਾਇਮ ਕੀਤਾ ਜਾਵੇ ਜੀ। ਸਰਦਾਰ ਤਰਲੋਚਨ ਸਿੰਘ ਜੀ, ਮੈਂ ਕਹਿ ਰੰਧਾਵਾ ਜੀ ਤੁਸੀਂ ਗੱਲ ਛੇੜਤੀ। ਹਰਿਆਣਾ ਗੁਰਦੁਆਰਾ ਕਮੇਟੀ ਵੱਖਰੀ ਬਣ ਗਈ ਹੈ। ਜਿਹੜਾ ਸ਼ਾਹਬਾਦ ਮੈਡੀਕਲ ਕਾਲਜ ਹੈ ਉਹ ਸ਼੍ਰੋਮਣੀ ਕਮੇਟੀ ਦੇ ਖਰਚ ਤੇ ਬਣਿਆ, ਇਹ ਦੋ ਸਾਂਝੀ ਸੀ। ਉਹਨਾਂ ਨੇ ਟਰਸਟ ਬਣਾਤਾ, ਉਹ ਬਾਦਲ ਸਾਹਿਬ ਉਹਦੇ ਚੇਅਰਮੈਨ ਸਨ। ਹੁਣ ਬਾਦਲ ਸਾਹਿਬ ਚੱਲ ਬਸੇ ਉੱਥੇ। ਦਿੱਲੀ ਜਿਹੜੀ ਹਰਿਆਣਾ ਕਮੇਟੀ ਹੈ ਉਹ ਹੁਣ ਲੜਾਈ ਲੜ ਰਹੀ ਹੈ ਵੀ ਇਹ ਸਾਨੂੰ ਟਰਸਟ ਵਾਪਸ ਕਰੋ, ਵੀ ਇਹ ਕਮੇਟੀ ਵੱਖਰੀ ਹੋ ਗਈ ਹੈ, ਖਰਚਾ ਸ਼੍ਰੋਮਣੀ ਕਮੇਟੀ ਦਾ। ਹੁਣ ਉਹ ਇੱਕ ਨਵਾਂ ਮਸਲਾ ਸਾਡੇ ਸਾਹਮਣੇ, ਉਹ ਵੀ ਜੱਦਾਰ ਅਕਾਲ ਤਖਤ ਸਾਹਿਬ ਜਾਂ SGPC ਸੋਚੇ ਵੀ ਉਹਦਾ ਕੀ ਹੱਲ ਕਰਨਾ। ਇਹ ਜਿਹੜੀ ਤੁਹਾਡੀ ਗੱਲ ਅੱਜ ਬੜੀ ਅੱਛੀ ਨਿਕਲੀ ਹੈ ਕਿ ਗੁਰਦੁਆਰਾ ਕਮੇਟੀਆਂ ਨੂੰ ਇਹ ਰਾਈਟ ਕਿਉਂ ਹੈ ਕਿ ਉਹ ਪ੍ਰਾਈਵੇਟ ਮੈਂਬਰਾਂ ਦੇ ਟਰਸਟ ਬਣਾ ਕੇ ਆਪਣੀ ਜਾਇਦਾਦ ਦੇ ਦੇਣ। ਇਹ ਬੜੀ ਇੱਕ ਵੱਡੀ ਅੱਜ ਨਵਾਂ ਤੁਸੀਂ ਪੁਆਇੰਟ ਹੈ। ਇਹ ਵੀ ਕੌਮ ਦੇ ਸਾਹਮਣੇ ਇੱਕ ਮਸਲਾ ਹੈ ਕਿ ਇਹ ਲੱਖਾਂ ਕਰੋੜਾਂ ਦੀ ਸਾਡੀ ਜਾਇਦਾਦ ਜਿਹੜੀ ਸਿੱਖਾਂ ਨੇ ਆਪਣੇ ਖਰਚ ਨਾਲ, ਆਪਣੀ ਸ਼ਰਧਾ ਨਾਲ ਕੀਤੀ, ਉਹ ਗੁਰਦੁਆਰਾ ਕਮੇਟੀਆਂ ਅੱਗੇ ਲੋਕਾਂ ਨੂੰ ਕਿਵੇਂ ਹਵਾਲੇ ਕਰਦੀਆਂ। ਇਹ ਬੜਾ ਵੱਡਾ ਇਸ਼ੂ ਲਿਆ, ਉਹਦੇ 'ਚ ਇਹ ਵੀ ਆਉਂਦਾ। ਦੂਜੀ ਮੈਂ ਇੱਕ ਗੱਲ ਜ਼ਰੂਰ ਕਹਿ ਦਿਆਂ ਕਿ ਪਿੱਛੇ ਮੈਂ ਇੱਕ ਆਰਟੀਕਲ ਲਿਖਿਆ ਸੀ ਸਰ ਉੱਜਲ ਸਿੰਘ ਬਾਰੇ, ਸਿੱਖ ਨੈਟ ਨੇ ਛਾਪਿਆ, ਬਲਕਾਰ ਸਿੰਘ ਦਾ ਸੰਬੰਧ ਹੈ। ਜਦੋਂ ਮੈਂ ਗੱਲਾਂ ਉਹਦੇ ਲਿਖੀਆਂ ਤਾਂ ਮੈਨੂੰ ਦੁਨੀਆ ਭਰ ਚੋਂ ਆਏ ਲੈਟਰ ਵੀ ਸਰ ਉੱਜਲ ਸਿੰਘ ਕਿਆ ਚੀਜ਼ ਸੀ, ਕਿਆ ਉਸਦਾ ਦਿਮਾਗ ਕਿ ਉਹ ਇੰਨਾ ਕੰਮ ਕਰ ਗਿਆ। ਤੇ ਅੱਜ ਮੈਂ ਤੁਹਾਡੇ ਰਾਹੀਂ ਇੱਕ ਵਾਰੀ ਹੋਵਾਂਗੇ, ਸਰ ਉੱਜਲ ਸਿੰਘ ਗਵਰਨਰ ਬਣਿਆ ਜਾ ਕੇ ਮਦਰਾਸ, ਉਹਨੇ ਰਾਜ ਭਵਨ ਚੋਂ ਜ਼ਮੀਨ ਫ੍ਰੀ ਦੇ ਕੇ ਖਾਲਸਾ ਕਾਲਜ ਬਣਾਇਆ। ਨਾਲ ਸਭ ਤੋਂ ਵੱਡਾ ਖਾਲਸਾ ਕਾਲਜ ਮਦਰਾਸ ਸਰ ਉੱਜਲ ਸਿੰਘ ਨੇ ਉੱਥੇ ਖੜਾ ਕਰਾਇਆ ਜਦੋਂ ਉਹ ਗਵਰਨਰ ਸੀ। ਬੜੀ ਵੱਡੀ ਇਹ ਭਾਈ ਵੀਰ ਸਿੰਘ ਸਦਨ ਦਿੱਲੀ ਦਾ ਸਰ ਉੱਜਲ ਸਿੰਘ ਬਣਾ ਗਏ, ਜਿਹੜਾ ਅੰਮ੍ਰਿਤਸਰ ਭਾਈ ਵੀਰ ਸਿੰਘ ਤੇ ਇਹ ਵੀ ਸਰ ਉੱਜਲ ਸਿੰਘ ਬਣਾ ਕੇ ਗਏ ਯਾਦਗਾਰ। ਸੋ ਬੜੀ ਵੱਡੀ ਸੇਵਾ ਹੈ। ਪਰ ਉਹਦੀ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ, ਮਾਫ ਕਰਿਓ ਮੈਂ ਬੜੀਆਂ ਚਿੱਠੀਆਂ ਪਾਉਂਦਾ ਉਹਨਾਂ ਨੂੰ, ਇਹੋ ਜਿਹੇ ਲੋਕਾਂ ਦੀ ਵਡਿਆਈ ਕਰਨ ਦਾ ਕਿ ਇਹਨਾਂ ਦੀ ਫੋਟੋ ਵੀ ਲਾ ਦਈਏ, ਇਸ ਬਾਰੇ ਕਦੇ ਧਿਆਨ ਨਹੀਂ ਹੁੰਦਾ। ਪਿੱਛੇ ਜੇ ਮੈਂ ਤੁਸੀਂ ਵੀ ਬੜੀ ਵੱਡੀ ਇੰਟਰਵਿਊ ਲਈ ਡਾਕਟਰ ਕਪਾਨੀ, ਸਭ ਤੋਂ ਵੱਡਾ ਜਿਹੜਾ ਵਰਲਡ ਦਾ ਨੋਬਲ ਲਾਰੀਅਟ ਬਣ ਰਿਹਾ ਸੀ, ਮੈਂ ਚਿੱਠੀਆਂ ਪਾ ਕੇ ਥੱਕ ਗਿਆ। ਉਹ ਮੈਂ ਕਿਹਾ ਉਹਦੀ ਕਦਰ ਹੀ ਪਾ ਦਿਓ ਮਰਨ ਉਪਰੰਤ। ਭਾਰਤ ਸਰਕਾਰ ਨੇ ਤਾਂ ਪਦਮ ਭੂਸ਼ਣ ਦੇ ਦਿੱਤਾ ਪਰ ਪੰਥ ਨੇ ਨਹੀਂ ਦਿੱਤਾ, ਕਿਉਂਕਿ ਸਾਨੂੰ ਟਾਈਮ ਹੀ ਨਹੀਂ ਇਹਨਾਂ ਗੱਲਾਂ ਦਾ। ਤਾਂ ਸਾਡੀ ਜੇ ਲਾਈਨਾਂ ਲੱਗੀਆਂ ਉੱਥੇ ਫੋਟੋ ਲਾਉਣ ਦੀਆਂ, ਪਰ ਵਿਦਵਾਨਾਂ ਦੀਆਂ SR ਸਰਨ ਸਿੰਘ ਗੁਜ਼ਰੇ ਹੁਣ ਜਿਹੜੇ ਸਿੱਖ ਰਿਵਿਊ ਦੇ ਸਭ ਤੋਂ ਵੱਧ ਸੇਵਾ ਕਰਨ ਵਾਲੇ। ਮੈਂ ਬੜਾ ਕੁਝ ਲਿਖਦਾ ਰਹਿਣਾ, ਪਰ ਸ਼੍ਰੋਮਣੀ ਕਮੇਟੀ ਔਰ ਸਾਡੇ ਇਹ ਪਾਸੇ ਇਹਨਾਂ ਦਾ ਧਿਆਨ ਬੜਾ ਘੱਟ ਹੈ। ਚਲੋ ਇਸ ਮਾਰੇ ਰੈਫਰੈਂਸ ਮੈਂ ਦੇ ਦਿੱਤਾ ਸੀ, ਪਰ ਜੋ ਅੱਜ ਦੀ ਕਾਰਵਾਈ ਹੈ ਰੰਧਾਵਾ ਜੀ, ਥੋੜਾ ਜਿਹਾ ਤੁਸੀਂ ਹੋਰ ਐਕਸ਼ਨ ਲਓ, ਇਹ ਕੰਮ ਬਣ ਸਕਦਾ। ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਜਦੋਂ ਤੁਸੀਂ ਕਰ ਰਹੇ ਹੋ ਨਾ ਜ਼ਿਕਰ, ਸਰਦਾਰ ਗੁਰੂ ਨਾਨਕ ਫਾਊਂਡੇਸ਼ਨ ਹੈ, ਮੈਂ ਉਹ ਦੱਸ ਦਿਆਂ, ਗੁਰੂ ਨਾਨਕ ਫਾਊਂਡੇਸ਼ਨ ਸਾਰੇ ਇੰਦਰਜੀਤ ਸਿੰਘ ਦੇ ਲੜਕੇ ਚਲਾਉਂਦੇ ਨੇ, ਪਰ ਉਹਨਾਂ ਨੇ ਪਟਿਆਲੇ ਗੁਰਮਤਿ ਕਾਲਜ, ਜਲੰਧਰ ਕਾਲਜ, ਸਕੂਲ ਕਿੰਨੇ ਬਣਾਤੇ, ਉਹ ਚੱਲ ਰਹੇ। ਸਰ ਪ੍ਰਤਾਪ ਸਿੰਘ ਲੁਧਿਆਣੇ ਵਾਲੇ ਉਹਦੇ ਇੰਚਾਰਜ ਨੇ, ਉਹ ਕਿੰਨਾ ਕੰਮ ਹੋ ਰਿਹਾ, ਬਲਕਾਰ ਸਿੰਘ ਵੀ ਜਾਣਦੇ। ਤੇ ਉਹ ਫਾਊਂਡੇਸ਼ਨ ਵੀ ਦੇਖੋ ਉਹਨਾਂ ਨੇ ਕਿੰਨਾ ਉਹ ਪੈਸੇ ਦਾ ਪਸਾਰ ਕਰਕੇ ਪੰਜਾਬ ਵਿੱਚ ਵੀ ਖੋਲ ਰੱਖਿਆ। ਸੋ ਬੜੀ ਇਹ ਸੇਵਾ ਹੈ। ਪਰ ਅੱਜ ਦੀ ਇਸ ਮੀਟਿੰਗ ਦਾ ਰਿਜ਼ਲਟ ਜਿਹੜਾ ਹੈ ਉਹ ਪੋਜ਼ਿਟਿਵ ਨਿਕਲ ਸਕਦਾ ਹੈ। ਥੋੜੀ ਜਿਹੀ ਰੰਧਾਵਾ ਜੀ ਹੋਰ ਥੋੜੀ ਜਿਹੀ ਐਫਰਟ ਨਾਲ ਇਸ ਪਾਸੇ। ਤੁਸੀਂ ਠੀਕ ਕਿਹਾ। ਇਹਦੇ 'ਚ ਜੇ ਉਹਨਾਂ ਨੇ ਵੀ ਕੋਈ ਪਰਿਵਾਰਕ ਟਰਸਟ ਹੈ ਤਾਂ ਉਹਨਾਂ ਨੂੰ ਵੀ ਇਹ ਸੰਸਥਾ ਨੂੰ ਸੌਂਪ ਦੇਣਾ ਚਾਹੀਦਾ, ਭਾਵੇਂ ਕਿੰਨੇ ਵੀ ਸਕੂਲ ਚਲਾ ਰਹੇ ਆ। ਜਿਹੜੀਆਂ ਸੰਸਥਾਵਾਂ, ਜੇ ਸਰਦਾਰ ਇੰਦਰਜੀਤ ਸਿੰਘ ਉਹਨਾਂ ਦਾ ਬੜਾ ਕੰਮ ਹੈ, ਉਹਨਾਂ ਬੈਂਕ ਬਣਾਏ, ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਹਦੇ 'ਚ ਵਿਅਕਤੀਗਤ ਤੌਰ ਤੇ ਸੇਵਾ ਪਾਉਣ, ਲੇਕਿਨ ਇਹਨੂੰ ਕੌਮ ਦੇ ਹਵਾਲੇ ਕਰਨਾ ਚਾਹੀਦਾ। ਬਲਕਾਰ ਸਿੰਘ ਜੀ, ਆਖਰੀ ਟਿੱਪਣੀ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਜਿਹੜੇ ਨੇ, ਵਿਅਕਤੀਗਤ ਤੌਰ ਤੇ ਮੈਂ ਉਹਨਾਂ ਦੀ ਕਦਰ ਕਰਦਾ ਕਿ ਉਹ ਇੱਕ ਨਿਮਾਣੇ ਸਿੱਖ ਨੇ। ਉਹਨਾਂ ਨੂੰ ਚਾਹੀਦਾ ਹੈ ਕਿ ਜਿੰਨੇ ਟਰਸਟ ਨਿੱਜੀ ਤੌਰ ਤੇ ਅਕਾਲੀ ਆਗੂਆਂ ਜਾਂ ਬਾਕੀ ਆਗੂਆਂ ਦੇ ਕਬਜ਼ਿਆਂ 'ਚ ਹੈ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਤੇ ਕਾਰਜਕਾਰਨੀ ਥੱਲੇ ਲਿਆਂਦਾ ਜਾਵੇ ਔਰ ਇੱਕ ਚਿੱਠੀ ਕੱਢੀ ਜਾਵੇ ਕਿ ਉਹ ਆਪਣੇ ਆਪ ਸਾਰੇ ਦੇ ਸਾਰੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦੇਣ, ਤਾਂ ਕਿ ਇੱਕ ਉਦਾਹਰਨ ਨਾਲ ਸ਼੍ਰੋਮਣੀ ਕਮੇਟੀ ਅੱਗੇ ਵਧੇ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਸ ਕੰਮ ਲਈ ਪ੍ਰਧਾਨ ਸਾਹਿਬ ਨੂੰ ਸਾਫ਼ ਕਹਿ ਦੇਣ ਕਿ ਹੁਣ ਕੋਈ ਕਬਜ਼ੇ ਦੀ ਪ੍ਰਵਿਰਤੀ ਨਾ ਰਵੇ, ਤਾਂ ਕਿ ਘੱਟੋ ਘੱਟ ਇਹ ਜਿਹੜਾ ਮਾਮਲਾ ਅਸੀਂ ਉਠਾ ਰਹੇ ਹਾਂ ਇਹ ਅੱਗੇ ਵਧਾਇਆ ਜਾ ਸਕੇ। ਆਖਰੀ ਟਿੱਪਣੀ ਫਿਰ ਖਤਮ ਕਰ। ਮੈਂ ਤੇ ਸਿਰਫ ਇੰਨੀ ਗੱਲ ਹੀ ਰੰਧਾਵਾ ਸਾਹਿਬ ਕਹਿਣੀ ਹੈ ਕਿ ਉਹ ਜਿਹੜਾ ਟਰਸਟਾਂ ਦਾ ਮਾਮਲਾ SGPC ਦਾ, ਉਹ ਹੋ ਗਿਆ ਸਿਆਸੀ। ਉਹਦਾ ਤੇ ਹੱਲ ਕਰ ਨਹੀਂ ਸਕਦਾ ਕਿ ਕਿਉਂਕਿ ਮੇਰੇ ਮਤਲਬ ਪ੍ਰਧਾਨ ਦੀ ਮੈਂ ਵੀ ਬੜੀ ਕਦਰ ਕਰਦਾ, ਉਹ ਬਿਲਕੁਲ ਹੀ ਮੈਂ ਸਮਝਦਾ ਮੈਂ ਪ੍ਰਧਾਨਾਂ ਵਿੱਚ ਬਹੁਤ ਵਧੀਆ ਪ੍ਰਧਾਨ ਨੇ ਉਹ। ਪਰ ਉਹ ਮੈਨੂੰ ਸਿਰਫ ਇੰਨਾ ਲੱਗਦਾ ਕਿ ਮੈਂ ਤੇ ਇੱਕ ਲੋਕ ਗੀਤ ਹੈ, ਕੁੱਕੜਾਂ ਵਾਲੇ ਵਾਂਗ ਦੇਵਨੀ ਕੋਈ ਜਾਗੇ ਨਾ ਜਾਗੇ, ਮੈਂ ਤੇ ਉਹ ਕੁੱਕੜ ਵਾਂਗੂ ਵਾਂਗ ਹੀ ਦੇ ਰਿਹਾ। ਮੈਂ 2 ਕਮੇਟੀਆਂ ਦਾ ਮੈਂਬਰ ਹਾਂ ਐਗਜ਼ੈਕਟਿਵ ਦਾ, ਇੱਕ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ, ਮੈਂ ਉੱਥੇ ਵੀ ਰੇਜ਼ ਕਰਨਾ ਅਗਲੀ ਮੀਟਿੰਗ ਵਿੱਚ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਕਾਲਜ ਹੋ, ਤੁਸੀਂ ਇਹਨੂੰ ਮੋਢਾ ਲਾ ਲਓ। ਕੋਈ ਸੰਸਥਾ ਮੋਢਾ ਲਾ ਸਕਦੀ ਹੈ, ਇੰਡੀਵਿਜੂਅਲ ਨਹੀਂ ਲਾ ਸਕਦਾ।
ਬਿਲਕੁਲ ਮੈਂ ਗੁਰੂ ਨਾਨਕ ਫਾਊਂਡੇਸ਼ਨ ਦਾ ਵੀ ਐਗਜ਼ੈਕਟਿਵ ਦਾ ਮੈਂਬਰ ਹਾਂ ਜੀ। ਮੈਂ ਉਹਨਾਂ ਨੂੰ ਕਹਿਣਾ ਤੁਸੀਂ ਮੋਢਾ ਲਾ ਲਓ। ਹੁਣ ਸਵਾਲ ਇਹ ਹੈ ਕਿ ਇਹ ਗੱਲ ਕਾਨੂੰਨੀ ਦਾਅ ਪੇਚਾਂ ਵਿੱਚ ਵੜ ਜਾਣੀ ਹੈ, ਇਹਦੇ ਵਕੀਲਾਂ ਦੇ ਢਹਿ ਚੜ ਜਾਣੀ ਹੈ। ਇਹ ਗੱਲ ਜਿਹੜੀ ਹੈ ਲੁੱਟ ਦੀ ਗੱਲ ਹੈ, ਜਿਹਦੇ ਕੋਲ ਲੁੱਟ ਹੈ ਉਹ ਤੇ ਜੋ ਵੀ ਮਰਜ਼ੀ ਕਰੂਗਾ, ਜਿਹੜਾ ਇੰਡੀਵਿਜੂਅਲ ਉਹਨੂੰ ਫਸ ਜਾਊਗਾ ਉਹ ਮਰ ਜਾਊਗਾ। ਇਸ ਕਰਕੇ ਮੈਂ ਸੰਸਥਾ ਲੱਭਦਾ ਫਿਰਦਾ। ਅੱਜ ਤੁਸੀਂ ਮੇਰੀ ਇਹ ਗੱਲ ਜਿਹੜੀ ਹੈ ਉਹ ਸੰਸਥਾਵਾਂ ਤੱਕ ਪਹੁੰਚਾ ਦਿੱਤੀ ਹੈ। ਹੁਣ ਮੈਂ ਕਹਿਣਾ ਕਿ ਜਿਹੜੇ ਚਾਰੇ ਮੈਂਬਰ ਨੇ ਟਰਸਟ ਦੇ ਉਹ ਜ਼ਿੰਦਾ ਨੇ, ਚੰਗੇ ਭਲੇ ਨੇ, ਬਾਹੋਸ਼ ਨੇ, ਜੀ ਹੋਸ਼ ਨੇ। ਉਹਨਾਂ ਨੂੰ ਪੁੱਛੋ, ਤੁਸੀਂ ਉਹਨਾਂ ਕੋਲ ਸੱਦੋ, ਇਹ ਤੁਹਾਡੀ ਬੜੀ ਵੱਡੀ ਸੇਵਾ ਹੋਏਗੀ। ਉਹਦੇ ਨਾਲ ਪਬਲਿਕ ਵਿੱਚ ਜਦੋਂ ਪਬਲਿਕ ਪਰਸੈਪਸ਼ਨ ਚਲੀ ਜਾਏਗੀ ਗੱਲ, ਉਹਦਾ ਹੱਲ ਨਿਕਲ ਆਏਗਾ। ਇਹ ਚਾਰ ਲੋਕ ਕੌਮ ਨੂੰ ਬਹੁਤ ਵੱਡੀ ਦੇਣ ਦੇ ਸਕਦੇ ਆ ਜੇ ਲੜਾਈ ਲੜਨ ਲਈ ਹਾਮੀ ਭਰ ਦੇਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨੂੰ ਟੇਕ ਅਪ ਕਰ ਲੈਣ ਤੇ ਇਹਦੇ ਉੱਤੇ ਅਗਲਾ ਕਦਮ ਅਗਲੀ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਲਿਆ ਜਾਵੇ। ਤੇ ਲਈ 100% ਐਫਰਟਸ ਲਾਵਾਂਗੇ ਇਸ ਪ੍ਰੋਗਰਾਮ ਨੂੰ, ਔਰ ਤੁਹਾਡੀਆਂ ਸਾਰੀਆਂ ਚਿੱਠੀਆਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ